साडा जलंधर दूरदर्शन देखने वाले साडे सारे ही दर्शकों का साडे अज दे प्रोग्राम कानूनी नुकते बहुत बहुत स्वागत। दोस्तों, साडे अज दे प्रोग्राम का विषय रहेगा NRIयां नाल विआह संबंधी कानून। अते इस विषय के उत्ते गलबात करने लई साडे विच साडे अज दे माहर हाज़र ने सरदार कुलबीर सिंह मिन्हास एडवोकेट। मिन्हास साहब, तुहाडा प्रोग्राम बहुत बहुत स्वागत है। थैंक यू जी। प्रोग्राम का सिलसिला अगे वधाउने आ तां मिन्हास साहब, सब तो पहला साडे दर्शकों नूं इस गल दे उत्ते जानकारी दिओ कि जद भी कदी किसी NRI दे नाल विआह दा सबब बनदा है तो किहड़ियां गल्लां दा रिश्ता पक्का करन तो पहलां जां आपां कहने कि विआह पक्का करन तो विआह कराउण तो पहलां ख्याल रखना है? देखो कंवर जी, ये विच मैं कानूनी नुकतियां दे नाल नाल इनफैक्ट ये भी कहना चाहांगा कि पहली चीज़ सानूं आप नूं पता है कि जिस घर दे विच साडी कुड़ी विआह के जा रही है या किसी NRI दे नाल तुसीं विआह करवाउणा चाहुंदे हो, उस चीज़ दे पहलां उस घर दी फैमिलीज़ दे बारे पता करो, अपने आंढियां तो गुआंढियां तो। इनफैक्ट ਜਿਹੜੇ ਤੁਹਾਡੇ ਉਹ ਹੈਗੇ ਨੇ ਉਹਦੇ ਫੋਰਨ ਦੇ ਵਿੱਚ ਕੋਈ ਉੱਥੇ ਹੈਗੇ ਨੇ NRIs ਹੈਗੇ ਨੇ, NGOs ਉੱਥੇ ਹੈਗੀਆਂ ਹੈ, ਤੁਹਾਡੀ ਫੋਰਨ ਮਿਨਿਸਟਰੀ ਉਹਦੀ ਉੱਥੇ ਐਮਬੈਸੀਜ਼ ਹੈਗੀਆਂ ਹੈ, ਉਸ ਐਮਬੈਸੀਜ਼ ਦੇ ਕੋਲੋਂ ਤੁਸੀਂ ਉਹਨਾਂ ਦੇ ਸੋਸ਼ਲ ਸਿਕਿਉਰਿਟੀ ਨੰਬਰਸ ਦੇ ਰਿਗਾਰਡਿੰਗ ਉਹਨਾਂ ਦੇ ਬਾਰੇ ਪਤਾ ਕਰ ਸਕਦੇ ਹੋ, ਉਹਨਾਂ ਦੇ ਬਿਜ਼ਨੈਸਿਸ ਬਾਰੇ ਪਤਾ ਕਰ ਸਕਦੇ ਹੋ। ਤਾਂ ਉਹਨਾਂ ਬਿਜ਼ਨੈਸਿਸ ਨੂੰ ਪਤਾ ਕਰਦੇ ਹੋਏ, ਉਹਨਾਂ ਦੇ ਕੰਮ ਨੂੰ ਪਤਾ ਕਰਦੇ ਹੋਏ ਤੁਸੀਂ ਇਸ ਚੀਜ਼ ਨੂੰ ਤੋਂ ਭਾਵੁਕ ਹੋਵੋਗੇ, ਜਾਣਨ ਦਾ ਪਤਾ ਲੱਗੇਗਾ ਤੁਹਾਨੂੰ ਕਿ ਐਸ ਟੂ ਵੈਦਰ ਜਿਹੜੇ NRIs ਤੁਹਾਡੇ ਲਈ ਇੱਥੇ ਮੈਰਿਜ ਲਈ ਕਰ ਰਹੇ ਨੇ ਉਹ ਉੱਥੇ NRI ਹੈ ਵੀ ਜਾਂ ਨਹੀਂ। ਤਾਂ ਇਨਫੈਕਟ ਇਹਨਾਂ ਗੱਲਾਂ ਨੂੰ ਧਿਆਨ ਰੱਖਦੇ ਹੋਏ ਜਿਹੜੇ ਉਹਨਾਂ ਦੇ ਸੋਸ਼ਲ ਸਿਕਿਉਰਿਟੀ ਨੰਬਰਸ ਦੇ ਰਿਗਾਰਡਿੰਗ ਤੁਸੀਂ ਉਹਨਾਂ ਦੇ ਬਾਹਰ ਦੇ ਜਿਹੜੇ ਜਿਸ ਵੀ ਕੰਟਰੀ 'ਚ ਜਿੱਦਾਂ ਰਹਿ ਰਹੇ, ਕੋਈ ਅਗਰ US ਤੋਂ ਆਇਆ ਹੈ, UK ਤੋਂ ਆਇਆ ਹੈਗਾ, ਤਾਂ ਉੱਥੇ ਦੀ ਕੰਟਰੀਜ਼ ਦੇ ਵਿੱਚ ਉਹਨਾਂ ਦੇ ਆਪਣੇ ਆਪਣੇ ਨੰਬਰਸ ਇਸ਼ੂ ਕੀਤੇ ਜਾਂਦੇ ਨੇ। ਉਹਨਾਂ ਨੰਬਰਸ ਦੇ ਬੇਸਿਸ 'ਤੇ ਤੁਸੀਂ ਉਹਨਾਂ ਦੇ ਪਤਾ ਕਰ ਸਕਦੇ ਹੋ ਕਿ ਕਿੱਦਾਂ ਦੀ ਫੈਮਲੀਜ਼ ਹੈਗੀਆਂ ਹੈ, ਕੀ ਚੀਜ਼ ਹੈਗੀਆਂ, ਉਹਨਾਂ ਦਾ ਸਟੇਟਸ ਕੀ ਹੈਗਾ, ਉਹਨਾਂ ਦੇ ਉੱਪਰ ਕੋਈ ਲੋਨਸ ਬੈਂਕ ਦੇ ਹੈਗੇ ਨੇ, ਬਿਕੋਜ਼ ਐਵਰੀਥਿੰਗ ਓਵਰ देयर इज़ अकाउंटेड फॉर। इस नाल लगदे थोड़ा मैं विच तुहानूं रोकना चाहूँगा, एक सवाल पूछना चाहुंदा कि बहुत सारे दर्शकों के साडे मन दे विच होगा कि कई बार आ हुंदा है कि बाहर रिश्ता जोड़िया जाता है, विआह हुंदा है, पर सानूं बाद विच पता लगता है कि जिस कंसर्न बंदे नाल विआह होया उहदा पहलां ही विआह होया होया है। जी अगले दे स्टेटस बारे आपां पता करना होवे कि ਉਹਦਾ ਵਿਆਹ ਪਹਿਲਾਂ ਹੋਇਆ ਹੋਇਆ ਹੈ ਕਿ ਨਹੀਂ ਹੋਇਆ ਹੈ, ਉਹਦੇ ਬਾਰੇ ਵੀ ਖਾਸ ਤੌਰ ਤੇ ਅਸੀਂ ਐਮਬੈਸੀ ਨੂੰ ਕੰਟੈਕਟ ਕਰ ਸਕਦੇ ਜਾਂ ਹੋਰ ਆਰਗੇਨਾਈਜੇਸ਼ਨ। ਜੀ ਕਮਰ ਜੀ ਇਹਦੇ ਵਿੱਚ ਤੁਹਾਨੂੰ ਧਿਆਨ ਵਿੱਚ ਲਿਆਉਣਾ ਚਾਹੂੰਗਾ ਕਿ ਇਹਦੇ ਵਿੱਚ ਮਿਨਿਸਟਰੀ ਆਫ ਓਵਰਸੀਜ਼ ਇੰਡੀਅਨ ਅਫੇਅਰਸ ਹੈਗੀ ਹੈ। ਠੀਕ ਹੈ ਜੀ। ਉਹਨਾਂ ਦੀ ਵੈਬਸਾਈਟ ਤੁਸੀਂ ਕਦੀ ਅਗਰ ਸਰਚ ਕਰੋ, ਉਸ ਚੀਜ਼ ਤੇ ਜਾ ਕੇ ਲੱਭਣ ਦੀ ਕੋਸ਼ਿਸ਼ ਕਰੋ, ਤਾਂ ਮਿਨਿਸਟਰੀ ਆਫ ਓਵਰਸੀਜ਼ ਇੰਡੀਅਨ ਅਫੇਅਰਸ ਦੇ ਰਿਗਾਰਡਿੰਗ ਉਹਨਾਂ ਦੇ ਜਿੰਨੇ ਕੌਂਸੂਲੇਟ ਜਨਰਲਸ ਹੈਗੇ ਨੇ, ਅੰਬੈਸੀਜ਼ ਹੈਗੀਆਂ ਹੈ, ਉਹ ਅੰਬੈਸੀਜ਼ ਦੀ ਜਿਹੜੀ ਵੀ ਫਾਰਮੈਲਿਟੀਜ਼ ਦੇ ਨਾਲ ਉਹਨਾਂ ਦੇ NGOs ਉਹਨਾਂ ਨੇ ਬਣਾਏ ਹੋਏ ਨੇ। ਤੁਹਾਨੂੰ ਸਿਰਫ ਇਹ ਕਰਨਾ ਹੈ ਕਿ ਉੱਥੇ ਦਾ ਇੱਕ ਐਪਲੀਕੇਸ਼ਨ ਫਾਰਮ ਲੈਣਾ ਹੈ, ਉਸ ਐਪਲੀਕੇਸ਼ਨ ਫਾਰਮ ਨੂੰ ਡਾਊਨਲੋਡ ਕਰਕੇ ਉਹਨੂੰ ਫਿਲ ਕਰਕੇ ਵਾਟ ਐਵਰ ਯੂਅਰ ਕੁਐਸਚਨਸ ਇਜ਼ ਉਹ ਤੁਹਾਨੂੰ ਕੁਐਸਚਨਸ ਦੇ ਫਾਰਮਸ ਦੇ ਵਿੱਚ ਉਹਨਾਂ ਨੂੰ ਪੁੱਟ ਕਰਨੇ ਨੇ। ਉਹ ਕੁਐਸਚਨ ਜਦੋਂ ਤੁਸੀਂ ਉਹਨਾਂ ਨੂੰ ਪੁੱਟ ਕਰੋਗੇ, ਉਹਦੇ ਨਾਲ ਹੀ ਉਹ NGOs ਦੀ ਹੈਲਪ ਲੈ ਕੇ ਤੁਹਾਡੇ ਬਾਹਰ ਦੇ ਸੋਸ਼ਲ ਸਿਕਿਉਰਿਟੀ ਨੰਬਰਸ ਹੋਰ ਜਿਹੜੇ NRIs ਦੇ ਬਾਰੇ ਤੁਸੀਂ ਪੁੱਛਣਾ ਚਾਹੁੰਦੇ ਹੋ, ਉਹਨਾਂ ਸਾਰਾ ਮੈਰੀਟਲ ਸਟੇਟਸ ਜੋ ਪਹਿਲਾਂ ਕੋਈ ਹੈਗਾ ਕਿ ਉਹ ਬੰਦਾ ਪਹਿਲਾਂ ਵਿਆਹ ਹੋਇਆ ਜਾਂ ਉਹ ਡਿਵੋਰਸੀ ਹੈਗਾ ਜਾਂ ਉਹ ਬਿਲਕੁਲ ਹੀ ਕੁਆਰਾ ਹੈਗਾ, ਉਹਨਾਂ ਬਾਰੇ ਤੁਹਾਨੂੰ ਪਤਾ ਲੱਗ ਸਕਦਾ ਹੈ, ਉਹ ਤੁਸੀਂ ਉਹਨਾਂ ਤੋਂ ਪਤਾ ਕਰਵਾ ਸਕਦੇ ਹੋ। ਇਸ ਦੇ ਨਾਲ ਲੱਗਦੀ ਅਗਲੀ ਗੱਲ ਹੈ ਕਿ ਕਈ ਵਾਰ ਆਪਣੇ ਧਿਆਨ ਦੇ ਵਿੱਚ ਆਉਂਦਾ ਹੈ ਕਿ ਸਾਡੀਆਂ ਜਿਹੜੀਆਂ ਬੇਟੀਆਂ ਹੈ ਉਹਨਾਂ ਦਾ ਵਿਆਹ ਬਾਹਰ ਹੁੰਦਾ ਹੈ ਜੀ, ਬਾਹਰ ਜਦ ਚੱਲ ਜਾਂਦੇ ਆ ਤਾਂ ਉੱਥੇ ਜਾ ਕੇ ਜਿਹੜਾ ਹੈਗਾ ਦਾਜ ਦੇ ਲਈ ਜਿਹੜੀ ਆ ਮਾਰਕੁੱਟ ਹੁੰਦੀ ਹੈ ਜਾਂ ਕਿਹਾ ਜਾ ਸਕਦਾ ਹੈ ਕਿ ਦਾਜ ਦੇ ਲਈ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਜੀ। ਉਹ ਆਪਣੇ ਪਰਿਵਾਰ ਤੋਂ ਬੱਚੇ ਦੂਰ ਹੁੰਦੇ ਹਨ, ਤਾਂ ਉੱਥੇ ਜਦ ਇੱਦਾਂ ਦੀ ਕੋਈ ਜਿਹੜੀ ਇਹ ਹਾਲਾਤ ਪੈਦਾ ਹੁੰਦੇ ਹਨ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਉੱਥੇ ਲੇਡੀ ਹੈ ਜਾਂ ਬੱਚਾ ਹੈ ਸਾਡਾ ਬਾਹਰ ਗਿਆ, ਉਹਨੂੰ ਕੀ ਕਰਨਾ ਚਾਹੀਦਾ ਜੀ? देखो कंवर जी, सब तो पहली गल तो यह समझनी चाहिए कि अज दे जिहड़ा युग है वो असीं टैक्नोलॉजी दे नाल रह रहे हैं। टैक्नोलॉजी साडे कोल हैगी है, वी आर ऑन फेसबुक, साडे कोल असीं फेसबुक ते भी हैगे हैं, इंस्टाग्राम ते भी हैगे हैं, वी आर यूजिंग व्हाट्सएप ऑल्सो, मीनिंग देयर बाय कि तुसीं एक अपनी जेब 'च फोन लैके घूम रहे हो, तो ਤੁਹਾਡਾ ਸਾਰਾ ਐਕਸੈਸ ਹੈਗਾ। ਮੈਂ ਸਿਰਫ ਫੋਨ ਤੇ ਤੱਕ ਨਹੀਂ ਸਾਬਿਤ ਰਹਿਣਾ ਚਾਹੂੰਗਾ, ਇਹ ਗੱਲ ਕहीं ਕਰਨਾ ਚਾਹੁੰਦਾ, ਇਹਦੇ ਜ਼ਰੀਏ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਤੁਹਾਡੇ ਫੋਨ ਦੇ ਵਿੱਚ ਤੁਹਾਡੇ ਕੋਲ ਗੂਗਲ ਅਵੇਲੇਬਲ ਹੈ। ਸਭ ਤੋਂ ਪਹਿਲਾਂ ਆਪਣੇ ਗੂਗਲ ਤੇ ਜਾ ਕੇ ਸਰਚ ਕਰੋ ਕਿ ਮੇਰੇ ਨੇੜੇ ਇੰਡੀਅਨ ਕੌਂਸੂਲੇਟ ਕਿਹੜਾ ਲੱਗਦਾ ਹੈ। ਅਗਰ ਮੇਰੇ ਕੋਲ ਨੇੜੇ ਕੋਈ ਇੰਡੀਅਨ ਕੌਂਸੂਲੇਟ ਹੈਗਾ, ਇੰਡੀਅਨ ਕੌਂਸੂਲੇਟ ਨੂੰ ਅਸੀਂ ਦੇਖਿਆ ਜਾਵੇ, ਕੋਈ ਉਹਨਾਂ ਕੋਲ ਜਾ ਕੇ ਆਪਣੀ ਜਿਹੜੀ ਰਿਕੁਆਇਰਮੈਂਟ ਤੁਹਾਡੇ ਨਾਲ ਜੋ ਆਬੀਤੀ ਹੋ ਰਹੀ ਹੈ ਉਹਨੂੰ ਦੱਸਿਆ ਜਾਵੇ। ਇੰਡੀਅਨ ਕੌਂਸੂਲੇਟ ਨੇ ਸਪੈਸ਼ਲੀ ਫॉर ਡਿਜ਼ਰਟਿਡ ਵੂਮਨਸ, ਜਿਹੜੀ ਵੂਮਨਸ ਨੂੰ ਉਹਨਾਂ ਦੇ ਘਰ ਵਾਲੇ ਛੱਡ ਦਿੰਦੇ ਨੇ ਬਾਹਰਲੀ ਕੰਟਰੀ 'ਚ, ਉਹ ਬਾਹਰਲੀ ਕੰਟਰੀ 'ਚ ਵਿਚਾਰੀਆਂ ਕੱਲੀਆਂ ਨੇ, ਉਹਨਾਂ ਕੱਲੀਆਂ ਵੂਮਨਸ ਲਈ ਜਾਂ ਉਹਨਾਂ ਨੇ ਇਸਤਰੀਆਂ ਲਈ ਕੋਈ ਉੱਥੇ ਦੇਖਭਾਲ ਕਰਨ ਵਾਲਾ ਨਹੀਂ ਹੈ। ਤਾਂ ਜਦੋਂ ਤੁਸੀਂ ਇੰਡੀਅਨ ਕੌਂਸੂਲੇਟ ਕੋ ਜਾ ਕੇ ਅਪਰੋਚ ਕਰੋਗੇ, ਚਾਹੇ ਉਹਨਾਂ ਦੇ ਵੈਬਸਾਈਟ ਦੇ ਥਰੂ ਜੋ ਮੈਂ ਆਲਰੇਡੀ ਤੁਹਾਨੂੰ ਪਹਿਲਾਂ ਦੱਸੀ ਹੈ, ਜਾਂ ਤੁਸੀਂ ਉਹਨਾਂ ਨੂੰ ਥਰੂ ਜੋ ਪਰਸਨਲੀ ਜਾ ਕੇ ਅਪਰੋਚ ਕਰੋਗੇ, ਉਹਨਾਂ ਦੇ ਸਪੈਸੀਫਿਕ ਸੈੱਲ ਬਣੇ ਹੋਏ ਨੇ, ਉਹਨਾਂ ਨੇ ਅੱਗੇ NGOs ਹਨ ਜਿਹੜੀ ਕਿ ਉਹਨਾਂ ਨਾਲ ਲਿਸਟਡ ਹੈਗੀਆਂ ਹੈ, ਉਹ NGOs ਦੇ ਕੋਲ ਉਹ ਤੁਹਾਨੂੰ ਅੱਗੇ ਰੈਫਰ ਕਰਨਗੇ। ਉਹ NGOs ਦੇ ਥਰੂ ਤੁਸੀਂ ਉਹਨਾਂ ਨੂੰ ਅਪਰੋਚ ਕਰ ਸਕਦੇ ਹੋ। NGOs ਤੁਹਾਨੂੰ ਉੱਥੇ ਫਾਈਨੈਂਸ਼ੀਅਲ ਹੈਲਪ ਵੀ ਦਿੰਦੀਆਂ। ਇਹ ਹੁਣ ਫਾਈਨੈਂਸ਼ੀਅਲ ਹੈਲਪ ਜਿਹੜੀ ਹੈਗੀਆਂ ਇਹ ਡਿਪੈਂਡ ਕਰਦੀਆਂ ਕੰਟਰੀਜ਼ ਕਿਹੜੀਆਂ ਹੈਗੀਆਂ। ਲਾਈਕ
अगर तुसी कोई डिवेलप कंट्री जिमें कि यूके है, US है, फ्रांस है, जिहड़ी डिवेलप हो चुकी हैं, उन्हां कंट्रीज अगर तुसी जा रहे हो तो फाइनैंशियल एड जिहड़ी हैगी है फ्रॉम इंडियन एम्बेसी थ्रू NGOs आल्सो दैट विल कम टू रुपीज़ दैट विल डॉलर्स ਦੇ ਵਿੱਚ ਆਏਗੀ। ਉਹ ਤੁਹਾਡੀ 3000 ਦੇ ਨੇੜੇ ਜਿਹੜੀ ਡਿਵੈਲਪਿੰਗ ਕੰਟਰੀਜ਼ ਹੈਗੀਆਂ ਉਹਨਾਂ ਦੇ ਵਿੱਚ ਇਹ ਤੁਹਾਡੀ $2000 ਦੇ ਨੇੜੇ ਆਉਂਦੀ US ਡਾਲਰ ਦੇ ਜਿਹੜੀ ਆਉਂਦੀ ਹੈ। ਬਟ ਹੁਣ ਇਹਦੇ 'ਚ ਇੱਕ ਹੋਰ ਚੀਜ਼ ਸਮਝਣ ਵਾਲੀ ਹੈਗੀ ਹੈ, ਅਗਰ ਸਪੋਜ਼ ਅਗਰ ਉਹ ਕੁੜੀ ਜਿਹੜੀ ਕਿ ਉੱਥੇ ਡਿਜ਼ਰਟ ਹੋ ਗਈ ਹੈ, ਜਿਹਨੂੰ ਛੱਡ ਦਿੱਤਾ ਗਿਆ ਹੈ, ਉਹਨੂੰ ਅੱਗੇ ਕੋਈ ਨਹੀਂ ਮਿਲ ਰਿਹਾ, ਉਹਨੂੰ ਅਗਰ ਵਾਪਸ ਇੰਡੀਆ ਪਰਤ ਦਿੱਤਾ ਜਾਂਦਾ ਹੈ ਤਾਂ ਉਹ ਇੰਡੀਆ ਆ ਕੇ ਆਲਵੇਜ਼ 498 ਦੇ ਅਗੇਂਸਟ ਲੈਵਲ ਯੂਜ਼ ਕਰਦੇ ਹੋਏ ਇੰਡੀਅਨ IPC ਕੋਡ ਦੇ ਉਹ ਕੇਸਿਸ ਫਾਈਲ ਕਰ ਸਕਦੀ ਹੈ ਆਪਣੇ ਹੱਕਾਂ ਨੂੰ ਮੰਗਣ ਲਈ ਕਿ ਮੇਰੇ ਨਾਲ ਧੱਕਾ ਕੀਤਾ ਗਿਆ ਹੈ। ਮੇਰੇ ਨਾਲ ਫੋਰਨ 'ਚ ਥੋੜ੍ਹਾ ਜਿਹਾ ਹੋਰ ਵਿਸਥਾਰ ਨਾਲ ਤੁਹਾਡੇ ਤੋਂ ਮੈਂ ਪੁੱਛਣਾ ਚਾਹੂੰਗਾ ਕਿ ਤੁਸੀਂ ਆਹ ਗੱਲ ਕਹੀ ਕਿ ਕੋਈ ਜਿਹੜੀ ਲੜਕੀ ਹੈ ਉਹਦੇ ਨਾਲ ਜਿਹੜਾ ਹੈਗਾ ਦਾਜ ਲਈ ਕੁੱਟਮਾਰ ਹੋਈ ਹੈ ਜਾਂ ਉਸ ਨੂੰ ਤੰਗ ਪਰੇਸ਼ਾਨ ਬਾਹਰਲੇ ਕਿਸੇ ਮੁਲਕ 'ਚ ਕੀਤਾ ਗਿਆ ਹੈ, ਉਸ ਤੋਂ ਬਾਅਦ ਉਹ ਇੰਡੀਆ ਆ ਜਾਂਦੀ ਹੈ। ਤੁਸੀਂ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਕਿ ਇੱਥੇ ਆ ਕੇ ਜਿਹੜੀ ਸੰਬੰਧਿਤ ਕਾਨੂੰਨ ਦੀਆਂ ਧਾਰਾਵਾਂ ਉਹਦੇ ਮੁਤਾਬਕ ਕਾਰਵਾਈ ਹੋ ਸਕਦੀ, ਪਰ ਸਾਡੇ ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਜਿਹੜਾ ਕੋਈ ਇਨਸੀਡੈਂਟ ਜਾਂ ਕੋਈ ਜਿਹੜੀ ਵਾਰਦਾਤ ਆ ਜਾਂ ਕੋਈ ਇੱਦਾਂ ਦਾ ਕੁਛ ਹੋਇਆ ਹੋਵੇ ਬਾਹਰਲੇ ਮੁਲਕ ਦੇ ਵਿੱਚ ਹੋਇਆ ਹੋਵੇ ਉਹਦੇ ਨਾਲ ਰਿਲੇਟਿਡ ਉੱਥੇ ਹੀ ਕੇਸ ਦਾਇਰ ਹੋਣਾ, ਇੰਡੀਆ ਵਿੱਚ ਨਹੀਂ ਹੋ ਸਕਦਾ। ਨਹੀਂ ਦੇਖੋ ਇਹਦੇ ਬਾਰੇ ਥੋੜ੍ਹਾ ਜਿਹਾ ਚਾਨਣ ਪਾਓ ਸਾਡੇ ਦਰਸ਼ਕਾਂ ਜੀ। ਤੁਹਾਡਾ ਸਵਾਲ ਬਿਲਕੁਲ ਜਾਇਜ਼ ਹੈ ਬਿਕੋਜ਼ ਇਸ ਚੀਜ਼ ਦੇ ਰਿਗਾਰਡਿੰਗ ਅਗਰ ਅਸੀਂ ਵਕੀਲ ਭਰਾ ਹੀ ਵਕੀਲ ਕਮਿਊਨਿਟੀ ਹੀ ਐਸੀ ਹੈਗੀ ਜਿਹੜੀ ਇੱਕ ਇਸ ਚੀਜ਼ ਨੂੰ ਲੋਕਾਂ ਨੂੰ ਜਾਣੂ ਬਣਾ ਸਕਦੀ ਹੈ, ਕਿਉਂਕਿ ਇਸ ਬਾਰੇ ਲੋਕਾਂ ਨੂੰ ਬਹੁਤ ਘੱਟ ਪਤਾ ਹੈ। ਮੈਂ ਇੱਥੇ ਗੱਲ ਦੱਸਣਾ ਚਾਹੂੰਗਾ ਆਪਣੇ ਦਰਸ਼ਕਾਂ ਨੂੰ ਕਿ ਜਿਹੜੇ ਸੈਕਸ਼ਨ 188 CRPC ਹੈਗਾ ਹੈ ਕੋਰਟ ਦੇ ਵਿੱਚ, ਉਹ ਸਪੈਸੀਫਿਕਲੀ ਇਹਨੂੰ ਡੀਲ ਕਰਦਾ ਹੈ। ਉਹ ਕਹਿੰਦੇ ਅਗਰ ਕੋਈ ਇਹੋ ਜਿਹਾ ਇੰਡੀਅਨ ਓਰੀਜਨ ਦੇ ਜਿਹੜੇ ਬੰਦੇ ਹੈਗੇ ਜੋ ਬਾਹਰ ਕੰਟਰੀ ਰਹਿ ਰਹੇ ਨੇ ਔਰ ਉੱਥੇ ਕੋਈ ਓਫੈਂਸ ਕ੍ਰੀਏਟ ਹੋਇਆ ਵਿਦ ਰਿਗਾਰਡ ਟੂ ਮੈਰਿਡ ਵੂਮਨਸ ਔਰ ਮੈਰਿਡ ਵੂਮਨਸ, ਉੱਥੇ ਜਿਹੜੇ ਓਫੈਂਸ ਨੂੰ ਉਹੀ ਮੰਨਿਆ ਜਾਏਗਾ ਜਿਵੇਂ ਕਿ ਉਹ ਇੰਡੀਅਨ ਸੋਇਲ 'ਤੇ ਹੋ ਰਿਹਾ। ਠੀਕ ਹੈ ਜੀ, ਸੇਮ ਤਾਂ ਮੀਨਿੰਗ ਦੇਅਰ ਬਾਏ ਤੁਸੀਂ ਕੋਈ ਕੰਪਲੇਂਟ ਲਾਂਚ ਕਰਦੇ ਹੋ, ਕੰਪਲੇਂਟ ਹਾਂ ਉਹਦੀ ਕਾਰਵਾਈ ਜਿਹੜੀ ਹੈਗੀ ਤੁਹਾਨੂੰ ਇੰਡੀਆ ਆ ਕੇ ਕਰਵਾਉਣੀ ਪੈਣੀ, ਇੰਡੀਆ ਤੋਂ ਹੀ ਸ਼ੁਰੂ ਹੋਏਗੀ, ਬਟ ਐਮਬੈਸੀ ਦੇ ਵਿੱਚ ਜਾ ਕੇ ਤੁਸੀਂ ਉਹਨੂੰ ਰਜਿਸਟਰ ਕਰਾ ਸਕਦੇ ਹੋ, ਆਪਣੀ ਕੰਪਲੇਂਟ ਮੂਵ ਕਰ ਸਕਦੇ ਹੋ। ਉਹ ਕੰਪਲੇਂਟ ਮੂਵ ਕਰਨ ਦੇ ਬਾਅਦ ਤੁਸੀਂ ਉਹ ਚੀਜ਼ਾਂ ਕਾਰਵਾਈ ਸਾਰੀ ਦੀ ਸਾਰੀ ਇਹਨਾਂ ਦੇ ਅਗੇਂਸਟ ਹੋਈ ਰਹੇਗੀ, ਉਹ ਇੱਥੇ ਸ਼ੁਰੂ ਹੋ ਸਕਦੀ ਹੈ। ਇਸ ਦੇ ਨਾਲ ਲੱਗਦੀ ਗੱਲ ਇੱਕ ਹੋਰ ਮੁਨਾਸਬ ਤੁਹਾਨੂੰ ਪੁੱਛਣਾ ਚਾਹੁੰਦਾ, ਜਿੱਦਾਂ ਤੁਸੀਂ ਸਾਡੇ ਦਰਸ਼ਕਾਂ ਦੀ ਜਾਣਕਾਰੀ 'ਚ ਵਾਧਾ ਕੀਤਾ ਇਹ ਗੱਲ ਨਾਲ ਕਿ ਬਾਹਰ ਜਿਹੜੇ ਸਾਡੀਆਂ ਭੈਣਾਂ ਹੈਗੀਆਂ ਜਦ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਜੇ ਫਾਈਨੈਂਸ਼ੀਅਲ ਅਸਿਸਟੈਂਸ ਦੀ ਲੋੜ ਪੈਂਦੀ ਹੈ ਤਾਂ ਉਹ ਮਿਲਦੀ ਹੈ। ਉਹ ਫਾਈਨੈਂਸ਼ੀਅਲ ਅਸਿਸਟੈਂਸ ਲੈਣ ਲਈ ਕੋਈ ਐਪਲੀਕੇਸ਼ਨ ਫਾਰਮ ਭਰਨਾ ਪੈਂਦਾ, ਪਹਿਲੀ ਗੱਲ ਜੀ। ਦੂਜੀ ਗੱਲ ਉਹਦਾ ਕੋਈ ਐਲੀਜੀਬਿਲਟੀ ਕ੍ਰਾਈਟੇਰੀਆ ਵੀ ਹੈਗਾ ਕਿ ਉਹਦੇ ਵਿੱਚ ਕੀ ਉਹਨਾਂ ਨੇ ਕੋਈ ਮਾਪਦੰਡ ਰੱਖੇ ਹਨ ਕਿ ਇਸ ਮਾਪਦੰਡ ਦੇ ਵਿੱਚ ਜਿਹੜੇ ਲੋਕ ਆਉਂਦੇ ਆ ਉਹਨਾਂ ਨੂੰ ਹੀ ਫਾਈਨੈਂਸ਼ੀਅਲ ਅਸਿਸਟੈਂਸ ਮਿਲਣੀ ਹੈ ਜੀ। ਦੇਖੋ ਫਾਈਨੈਂਸ਼ੀਅਲ ਅਸਿਸਟੈਂਸ ਦੀ ਜਿਹੜੀ ਗੱਲ ਹੈਗੀ ਹੈ ਥੋੜ੍ਹੇ ਜਿਹੇ ਮਾਪਦੰਡ ਕਾਨੂੰਨ ਦੀ ਤੌਰ 'ਤੇ ਉਹਨਾਂ ਨੇ ਜ਼ਰੂਰ ਬਣਾਏ ਨੇ। ਫਸਟ ਆਫ ਆਲ ਜਿਹੜਾ ਬੱਚਾ ਕੋਈ ਸਾਡੀ ਭੈਣ ਜਿਹੜੀ ਵੀ ਇਸ ਚੀਜ਼ ਲਈ ਅਪਲਾਈ ਕਰ ਰਹੀ ਹੈ ਉਹ ਪਹਿਲੀ ਗੱਲ ਉਹਨੂੰ ਇਹ ਹੋਣਾ ਚਾਹੀਦਾ ਦੈਟ ਸ਼ੀ ਸ਼ੁੱਡ ਬੀ ਮੈਰਿਡ, ਉਹਨੂੰ ਵਿਆਹ ਉਹਦਾ ਹੋਇਆ ਹੋਣਾ ਚਾਹੀਦਾ। ਉਹਦੇ ਵਿਆਹ ਨੂੰ ਵੀ ਤਕਰੀਬਨ 15 ਸਾਲ ਨਾ ਬੀਤੇ ਹੋਣ। ਅਗਰ ਉਹ ਡਿਜ਼ਰਟ ਹੋਈ ਹੈ ਤਾਂ 15 ਸਾਲ ਦੇ ਅੰਦਰ ਅੰਦਰ ਉਹ ਇਸ ਐਪਲੀਕੇਸ਼ਨ ਨੂੰ ਭਰ ਸਕਦੀ ਹੈ। ਠੀਕ ਹੈ ਜੀ। ਅਗਰ 15 ਸਾਲ ਦੇ ਰਿਗਾਰਡਿੰਗ ਅਗਰ ਕੋਈ ਉਹਦੇ ਅਗੇਂਸਟ ਵਿੱਚ ਐਕਸ ਪਾਰਟੀ ਡਿਵੋਰਸ ਜਿਹਨੂੰ ਆਪਾਂ ਇੱਕ ਤਰਫਾ ਡਿਵੋਰਸ ਕਹਿ ਲੈਂਦੇ ਹਾਂ ਕਿਸੇ ਫੋਰਨ ਸੋਇਲ 'ਤੇ, ਜਾਂ ਕਈ ਆਪਾਂ ਇਹੋ ਜਿਹੇ ਮੁੱਦੇ ਦੇਖੇ ਹੈ ਕਿ ਬੰਦੇ ਇੰਡੀਆ 'ਚ ਆ ਕੇ ਕੇਸ ਫਾਈਲ ਕਰ ਦਿੰਦੇ ਨੇ, ਰਹਿੰਦੇ ਉਹ ਬਾਹਰ ਨੇ ਔਰ ਇੱਕ ਪਾਸਾ ਇੱਕ ਤਰਫਾ ਡਿਵੋਰਸ ਲੈ ਲੈਂਦੇ। ਉਸ ਸਿਨੈਰੀਓ ਦੇ ਵਿੱਚ ਇਹ ਜਿਹੜਾ ਟਰਮ ਹੈਗਾ ਉਹ 20 ਸਾਲ ਦਾ ਆ ਜਾਂਦਾ ਹੈ, ਜਿਹੜਾ 15 ਤੋਂ ਉਹਨਾਂ ਨੇ ਐਕਸਟੈਂਡ ਕੀਤਾ ਹੋਇਆ। ਬਟ ਮੈਂ ਇਹਨਾਂ ਦੇ ਨਾਲ ਇਹ ਜ਼ਰੂਰ ਕਹਿਣਾ ਚਾਹੂੰਗਾ, ਆਪਣੇ ਭੈਣਾਂ ਨੂੰ ਥੋੜ੍ਹਾ ਦੱਸਣਾ ਚਾਹੂੰਗਾ ਕਿ ਵੈਨ ਐਵਰ ਯੂ ਗੋ ਆਊਟਸਾਈਡ, ਜਦੋਂ ਸਭ ਤੋਂ ਪਹਿਲਾਂ ਤੁਸੀਂ ਬਾਹਰ ਜਾਂਦੇ ਹੋ ਤੁਸੀਂ ਉੱਥੇ ਦਾ ਆਪਣਾ ਕੋਸ਼ਿਸ਼ ਕਰੋ ਕਿ ਉੱਥੇ ਤੁਹਾਡੇ ਕੋਲ ਕੋਈ ਇਹੋ ਜਿਹੀ ਹੋਵੇ ਕਿ ਫਾਈਨੈਂਸ਼ੀਅਲ ਹੈਲਪ ਜਿਹੜੀ ਤੁਸੀਂ ਇਹਨਾਂ ਨੂੰ ਵੀ ਅਪਲਾਈ ਕਰਨੀ ਹੈ ਆਲਵੇਜ਼ ਦੇਅਰ, ਬਟ ਇਹਨਾਂ ਤੱਕ ਪਹੁੰਚਣ ਦੇ ਵਿੱਚ ਵੀ ਤੁਹਾਡੇ ਕੋਈ ਇਹੋ ਜਿਹੇ ਖਰਚੇ ਹੁੰਦੇ ਜਿਹੜੇ ਤੁਸੀਂ ਆਪ ਕਰਨੇ ਪੈਂਦੇ ਨੇ। ਉਹ ਖਰਚਿਆਂ ਲਈ ਮੇਰੀ ਸਿਰਫ ਇੱਕ ਇਹ ਹੈਗੀ ਕਿ ਤੁਸੀਂ ਜਾਂਦੇ ਹੀ ਆਪਣਾ ਅਕਾਊਂਟ ਖੁਲਾਓ, ਉੱਥੇ ਅਕਾਊਂਟ ਖੁਲਾ ਕੇ ਆਪਣੇ ਬੈਂਕ ਦੇ ਵਿੱਚ ਥੋੜ੍ਹਾ ਜਿਹਾ ਬੈਲੈਂਸ ਜ਼ਰੂਰ ਪਾਓ ਸੋ ਦੈਟ ਜਿਹੜਾ ਤੁਹਾਡੇ ਕਿਸੇ ਔਖੇ ਟਾਈਮ ਦੇ ਵਿੱਚ ਤੁਹਾਡੇ ਹੈਲਪ ਕਰ ਸਕੇ। ਠੀਕ ਹੈ ਜੀ। ਇਸ ਚੀਜ਼ ਨੂੰ ਆਪਣੇ ਮੱਦੇਨਜ਼ਰ ਰੱਖਦੇ ਹੋਏ ਸਾਨੂੰ ਇਹ ਚੀਜ਼ਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ। ਮੀਨਾ ਸਾਹਿਬ ਇਹ ਤਾਂ ਗੱਲ ਹੋਈ ਹੈ ਆਪਣੀ ਕਿ ਫਾਈਨੈਂਸ਼ੀਅਲ ਅਸਿਸਟੈਂਸ ਦੀ, ਪਲੀਜ਼ ਉੱਥੇ ਇਸ ਤੋਂ ਆਪਾਂ ਸਿਲਸਿਲੇ ਨੂੰ ਅੱਗੇ ਵਧਾਉਣੇ ਦੇ ਨਾਲ ਲੱਗਦਾ ਹੀ ਜਿਹੜਾ ਸਾਡਾ ਅਗਲਾ ਸਵਾਲ ਆਹ ਹੈ ਕਿ ਜੇ ਬੱਚਾ ਬਾਹਰ ਹੀ ਰਹਿਣਾ ਚਾਹੁੰਦਾ ਹੈ ਜੀ, ਠੀਕ ਹੈ ਜੀ। ਹੁਣ ਕਈ ਵਾਰ ਆਹ ਹੁੰਦਾ ਹੈ ਕਿ ਅੱਜ ਦਾ ਜਿਹੜਾ ਟੈਕਨੋਲੋਜੀ ਦਾ ਜ਼ਮਾਨਾ ਹੈ ਕਿ ਜਿਹੜਾ ਕੁਰੈਲਿਟੀ ਆਪਾਂ ਕਹਿੰਦੇ ਉਹਨੂੰ ਬੜਾ ਇੱਕ ਜਿਹੜਾ ਸਾਡੇ ਕਾਨੂੰਨ ਮੁਤਾਬਕ ਇੱਕ ਬੜੀ ਵਾਈਡ ਟਰਮ ਬਣਾ ਦਿੱਤਾ ਗਿਆ ਕਿ ਕੁਰੈਲਿਟੀ ਜ਼ਰੂਰੀ ਨਹੀਂ ਕਿ ਜਿਹੜਾ ਫਿਜ਼ੀਕਲੀ ਕੁੱਟਮਾਰ ਕਰਨੀ, ਤੁਸੀਂ ਮਾਨਸਿਕ ਤੌਰ 'ਤੇ ਵੀ ਕਿਸੇ ਨੂੰ ਤੰਗ ਪਰੇਸ਼ਾਨ ਕਰਦੇ ਹੋ ਵੀ ਕੁਰੈਲਿਟੀ ਹੁੰਦੀ। ਤਾਂ ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਜਿਹੜਾ ਲੜਕੀ ਹੈ ਉਹ ਆਪਣੇ ਹਸਬੈਂਡ ਨਾਲ ਜਾਂ ਆਪਣੇ ਪਤੀ ਨਾਲ ਅਬਰੋਡ ਹੁੰਦੀ ਪਰ ਉਹਦੇ ਸਹੁਰੇ ਜਿਹੜੇ ਉਹ ਇੰਡੀਆ ਵਿੱਚ ਹੁੰਦੇ ਆ ਤਾਂ ਫੋਨ ਦੇ ਥਰੂ ਅਗਲੇ ਨੂੰ ਗਾਲਾਂ ਕੱਢੀਆਂ ਜਾਂਦੀਆਂ ਜਾਂ ਬਹੁਤ ਸਾਰੇ ਇੱਦਾਂ ਦੇ ਹਾਲਾਤ ਬਣ ਜਾਂਦੇ। ਉਹਨਾਂ ਹਾਲਾਤਾਂ ਦੇ ਵਿੱਚ ਜੇ ਬੱਚਾ ਬਾਹਰ ਰਹਿ ਕੇ ਹੀ ਕਾਰਵਾਈ ਕਰਾਉਣਾ ਚਾਹੁੰਦਾ ਹੋਵੇ ਆਪਣੇ ਹਸਬੈਂਡ ਦੇ ਉੱਤੇ ਵੀ ਤਾਂ ਜਾਂ ਜਿਹੜਾ ਸਹੁਰਾ ਪਰਿਵਾਰ ਹੈ ਉਹਦੇ ਪਿੱਛੇ, ਤਾਂ ਉੱਥੇ ਕੀ ਕਰਨਾ ਚਾਹੀਦਾ? ਉਹ ਉੱਥੋਂ ਪਾਵਰ ਆਫ ਅਟਾਰਨੀ ਦੇ ਥਰੂ ਹੋ ਸਕਦਾ ਜਾਂ ਸਿੱਧਾ ਐਮਬੈਸੀ ਨੂੰ ਕੰਟੈਕਟ ਕੀਤੇ ਹੋ ਸਕਦਾ, ਉਹਦੇ ਬਾਰੇ ਵੀ ਥੋੜ੍ਹੀ ਜਿਹੀ ਜਾਣਕਾਰੀ ਦਿਓ ਜੀ। ਦੇਖੋ ਮੈਂ ਇੱਕ ਇੱਥੇ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਆਪਣੇ ਦਰਸ਼ਕਾਂ ਨੂੰ ਵੀ ਜਦੋਂ ਹਿੰਦੂ ਮੈਰਿਜ ਐਕਟ ਬਣਿਆ ਸੀਗਾ ਜਿਹਦੇ ਨਾਲ ਅਸੀਂ
ਇੰਡੀਅਨਸ ਆਈ ਵਿਲ ਸੇ ਕਿ ਜਿਹੜੇ ਸਿੱਖ ਕਮਿਊਨਿਟੀ ਹੈਗੀ ਹੈ ਉਹ ਵੀ ਉਹਦੇ ਨਾਲ ਹੈਗੀ ਹੈ, ਬਿਕੋਜ਼ ਸੈਪਰੇਟ ਸਿੱਖ ਮੈਰਿਜ ਐਕਟ ਹਜੇ ਨਹੀਂ ਬਣਿਆ ਹੈਗਾ। ਤਾਂ ਹਿੰਦੂ ਮੈਰਿਜ ਐਕਟ ਦੀ ਜਦੋਂ ਬਣਿਆ ਸੀ ਇਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਉਹਨਾਂ ਨੇ ਕਹੀ ਸੀ ਕਿ ਤੁਸੀਂ ਜਿੰਨਾ ਹੋ ਸਕੇ ਮੈਰਿਜ ਨੂੰ ਬਚਾਉਣਾ ਹੈਗਾ। ਤਾਂ ਆਪਾਂ ਬਹੁਤ ਹੀ ਰੇ ਟੂ ਰੇ ਸਰਕਮਸਟੈਂਸਿਸ ਦੇ ਵਿੱਚ ਆਪਾਂ ਡਿਵੋਰਸ ਲਈ ਤਰਫ ਜਾਣਾ ਹੈਗਾ। ਪਹਿਲੀ ਉਹਦੀ ਬੁਨਿਆਦ ਇਹ ਸੀਗੀ ਕਿ ਤੁਸੀਂ ਕੋਸ਼ਿਸ਼ ਕਰੋ ਕਿ ਆਪਸ 'ਚ ਬਿਠਾ ਕੇ ਬੱਚਿਆਂ ਨੂੰ ਕਿ ਇਹ ਵਿਆਹ ਨੂੰ ਬਚਾਇਆ ਜਾ ਸਕੇ ਤਾਂ ਅੱਗੇ ਲੀਗੇਸੀ ਘਰ ਦੀ ਚਲਾਈ ਜਾ ਸਕੇ। ਬਟ ਜਿੱਦਾਂ ਸੋਸਾਇਟੀ ਡਿਵੈਲਪ ਕਰ ਰਹੀ ਹੈ, ਅੱਜ ਦਾ ਸਿਨੈਰੀਓ ਬਣ ਰਿਹਾ ਹੈ, ਇਸ ਸਿਨੈਰੀਓ ਦੇ ਵਿੱਚ ਜਿਹੜੀ ਚੀਜ਼ਾਂ ਹੈਗੀਆਂ ਆਪਾਂ ਦੇਖ ਰਹੇ ਹਾਂ ਕਿ ਨੰਬਰ ਆਫ ਡਿਵੋਰਸਿਸ ਕੇਸਿਸ ਹੈਜ਼ ਬੀਨ ਫਾਈਲਡ ਇਨ ਦੀ ਕੋਰਟਸ। ਹੁਣ ਇੱਥੇ ਇਹ ਗੱਲ ਸਮਝਣ ਵਾਲੀ ਹੈਗੀ ਹੈ ਕਿ ਜਿਹੜਾ ਡਿਵੋਰਸ ਹੈਗਾ ਜਿਹੜਾ ਹਿੰਦੂ ਮੈਰਿਜ ਐਕਟ ਦੇ ਹਿਸਾਬ ਨਾਲ ਹੋਇਆ, ਜੋ ਕਸਟਮਸ ਹੈਗੇ ਨੇ, ਜੋ ਰੀਤੀ ਰਿਵਾਜ ਲਏ ਗਏ ਨੇ, ਉਹ ਰੀਤੀ ਰਿਵਾਜ ਜਿਹੜੇ ਇੰਡੀਅਨਸ ਦੇ ਹੈਗੇ ਨੇ ਜਾਂ ਆਪਣੇ ਸਿੱਖ ਕਮਿਊਨਿਟੀ ਤੋਂ ਹਿੰਦੂ ਕਮਿਊਨਿਟੀ ਤੋਂ ਲਏ ਗਏ ਨੇ, ਅਗਰ ਉਸ ਰੀਤੀ ਰਿਵਾਜ ਦੇ ਨਾਲ ਕੋਈ ਵਿਆਹ ਹੁੰਦਾ ਹੈ ਤਾਂ ਉਹ ਰੀਤੀ ਰਿਵਾਜ ਦੇ ਵਿਆਹ ਵੀ ਡਿਵੋਰਸ ਵੀ ਜਿਹੜੀ ਹੈਗੀ ਇੰਡੀਅਨ ਕੋਰਟਸ ਕਰੇਗੀਆਂ, ਇੰਡੀਅਨ ਕੋਰਟਸ ਹੀ ਉਹਨੂੰ ਕਰ ਸਕਦੀਆਂ। ਮਿਊਚੁਅਲ ਕੰਸੈਂਟ ਦੇ ਵਿੱਚ ਗੱਲ ਡਿਫਰੈਂਟ ਹੈਗੀ ਹੈ। ਮਿਊਚੁਅਲ ਕੰਸੈਂਟ ਵਿੱਚ ਤੁਸੀਂ ਫੋਰਨ ਕੋਰਟ ਅਗਰ ਉੱਥੇ ਦੇ NRIs ਜਿਹੜੇ ਹੈਗੇ ਨੇ ਡਾਈਵੋਰਸ ਲੈਂਦੇ ਦੈਨ ਦੈਟ ਕੈਨ ਬੀ ਐਪਲੀਕੇਬਲ ਓਵਰ ਹੇਅਰ ਇਨ ਇੰਡੀਆ। ਬਟ ਸੋ ਫਾਰ ਐਜ਼ ਜਿੱਥੇ ਆਪਾਂ ਇੱਕ ਦੂਜੇ ਦੇ ਨਾਲ ਕੰਟੈਸਟਡ, ਆਈ ਵਿਲ ਯੂਜ਼ ਦੀ ਵਰਡ ਕੰਟੈਸਟਡ, ਜਿੱਥੇ ਉਹ ਕੰਟੈਸਟਡ ਡਿਵੋਰਸ ਹੈਗਾ ਕਿ ਇੱਕ ਪਾਰਟੀ ਰਾਜੀ ਹੈਗੀ ਡਿਵੋਰਸ ਲੈਣ ਲਈ, ਦੂਜੀ ਪਾਰਟੀ ਉਹਨੂੰ ਡਿਵੋਰਸ ਨਹੀਂ ਦੇਣਾ ਚਾਹੁੰਦੀ, ਉਹਨਾਂ ਸਰਕਮਸਟੈਂਸਿਸ ਦੇ ਵਿੱਚ ਤੁਹਾਨੂੰ ਡਿਵੋਰਸ ਲਈ ਕੇਸ ਜਲੰਧਰ ਆਪਣੇ ਪੰਜਾਬ ਦੇ ਵਿੱਚ ਜਿੱਥੇ ਵੀ ਤੁਸੀਂ ਵਸਨੀਕ ਹੋ ਜਾਂ ਇੰਡੀਆ ਦੇ ਵਿੱਚ ਕਿਤੇ ਵੀ ਰਹਿਣ ਵਾਲੇ ਵਸਨੀਕ ਹੋ ਉਸ ਜਗ੍ਹਾ ਤੇ ਤੁਹਾਨੂੰ ਫਾਈਲ ਕਰਨਾ ਪਏਗਾ। ਉਸ ਸਿਨੈਰੀਓ ਦੇ ਵਿੱਚ ਯੈਸ ਸੁਪਰੀਮ ਕੋਰਟ ਦੀ ਨਵੇਂ ਆਦੇਸ਼ ਵੀ ਆਏ ਨੇ। ਆਪਾਂ ਪਿਛਲੇ ਕਾਫੀ ਸਮੇਂ ਤੋਂ ਦੇਖਿਆ ਕਿੰਨੀ ਜਜਮੈਂਟਸ ਆਈਆਂ ਜਿਹੜੀਆਂ ਹੌਲੀ ਹੌਲੀ ਇਸ ਸਿਸਟਮ ਨੂੰ ਔਰ ਈਜ਼ੀ ਕਰਨ ਲਈ, ਪ੍ਰੋਸੈਸ ਜਿਹੜਾ ਹੈਗਾ ਡਿਵੋਰਸ ਦਾ ਈਜ਼ੀ ਕਰਨ ਲਈ, ਉਸ ਪ੍ਰੋਸੈਸ ਨੂੰ ਈਜ਼ੀ ਕਰਨ ਲਈ ਤੁਸੀਂ ਆਪਣੇ ਬਲੱਡ ਰਿਲੇਸ਼ਨ ਦੇ ਵਿੱਚ ਦੇ ਵਿਲ ਪ੍ਰੈਫਰ ਕਿ ਤੁਸੀਂ ਆਪਣੇ ਫਾਦਰ ਸਾਹਿਬ ਨੂੰ, ਮਦਰ ਨੂੰ ਜਾਂ ਤੁਹਾਡਾ ਕੋਈ ਭਰਾ ਹੈਗਾ ਜਾਂ ਭੈਣ ਹੈਗੀ ਹੈ ਉਹਦੇ ਥਰੂ ਤੁਸੀਂ ਡਿਵੋਰਸ ਕੇਸ ਥਰੂ ਪਾਵਰ ਅਟਾਰਨੀ ਵੀ ਫਾਈਲ ਕਰ ਸਕਦੇ ਹੋ। ਹਾਂ, ਉਸ ਪਾਵਰ ਅਟਾਰਨੀ ਦਾ ਇਹ ਜ਼ਰੂਰ ਹੈਗਾ ਕਿ ਪਾਵਰ ਅਟਾਰਨੀ ਤੁਹਾਡੀ ਬਾਹਰੋਂ ਅਗਰ ਬਣ ਕੇ ਆ ਰਹੀ ਹੈ ਦੈਟ ਸ਼ੁੱਡ ਬੀ ਫਸਟ ਨੋਟਰਾਈਜ਼ਡ ਓਵਰ ਦੇਅਰ ਬਾਈ ਜਿਹੜਾ ਐਡਵੋਕੇਟ ਹੈਗਾ ਜਿਹੜਾ ਉੱਥੇ ਨੋਟਰਾਈਜ਼ ਕਰਦੇ ਹੈਗੇ ਜਿਨ੍ਹਾਂ ਨੂੰ ਗਵਰਨਮੈਂਟ ਨੇ ਉੱਥੇ ਆਥੋਰਾਈਜ਼ ਕੀਤਾ ਹੈ। ਦੈਨ ਦੇਅਰ ਆਫਟਰ ਉਹ ਨੋਟਰਾਈਜ਼ ਕਰਨ ਦੇ ਬਾਅਦ ਤੁਹਾਨੂੰ ਇੰਡੀਅਨ ਕੌਂਸੂਲੇਟ 'ਚ ਜਾਣਾ ਪੈਣਾ, ਆਪਣੇ ਪਾਸਪੋਰਟ ਦੀ ਕਾਪੀ ਜੋ ਕਿ ਇੰਡੀਅਨ ਓਰੀਜਨ ਦੀ ਹੋਏਗੀ ਜਾਂ ਤੁਹਾਡੀ ਬਾਹਰਲੇ ਦੀ ਹੋਏਗੀ, ਉਸ ਕਾਪੀ ਦੀ ਫੋਟੋ ਕਾਪੀ ਲੱਗੇਗੀ। ਫੋਟੋ ਕਾਪੀ ਲੱਗ ਕੇ ਉਹ ਤੁਸੀਂ ਪਾਵਰ ਅਟਾਰਨੀ ਇੰਡੀਆ ਦੇ ਵਿੱਚ ਭੇਜਣੀ ਹੈ। ਇੰਡੀਆ ਦੇ ਵਿੱਚ ਜਿਸ ਡੇਟ ਦੀ ਪਾਵਰ ਅਟਾਰਨੀ ਬਣੀ ਹੈ, ਸਪੋਜ਼ ਉਹ ਅੱਜ ਦੀ ਡੇਟ 'ਚ ਅਸੀਂ ਉਹਨੂੰ ਪਾਵਰ ਅਟਾਰਨੀ ਬਣਾ ਰਹੇ ਤਾਂ ਅੱਜ ਤੋਂ 3 ਮਹੀਨੇ ਦੇ ਵਿੱਚ ਇੰਡੀਆ ਦੇ ਵਿੱਚ ਉਹਨੂੰ ਇੰਬੋਰਸ ਕਰਾਉਣਾ ਹੋਏਗਾ। ਉਹ ਇੰਬੋਰਸ ਦਾ ਵੀ ਜਿਹੜਾ ਪ੍ਰੋਸੀਜਰ ਹੈਗਾ ਹੈ ਉਹ ਤੁਹਾਨੂੰ ਆਪਣੇ ਕੰਸਰਨਡ ਇਲਾਕੇ ਦੇ ਵਿੱਚ ਜਾ ਕੇ ਜਿੱਥੇ ਦੇ ਤੁਸੀਂ ਵਸਨੀਕ ਹੈਗੇ ਹੋ ਉਸਦੇ, ਹੁਣ ਪੰਜਾਬ ਦੇ ਵਿੱਚ ਅਗਰ ਗੱਲ ਕਰੀਏ, ਪੰਜਾਬ ਦੇ ਵਿੱਚ ਇਹ ਪਾਵਰਾਂ DC ਨੂੰ ਦਿੱਤੀਆਂ ਗਈਆਂ, ਠੀਕ ਹੈ, ਤਾਂ DC ਕੋ ਜਾ ਕੇ ਇੰਬੋਰਸ ਕਰਕੇ ਦੈਨ ਯੂ ਹੈਵ ਟੂ ਫਾਈਲ ਅ ਕੇਸ ਬਿਫੋਰ ਦੀ ਕੰਪੀਟੈਂਟ ਕੋਰਟ। ਹੁਣ ਕੋਰਟ ਦੀਆਂ ਵੀ ਗੱਲਾਂ ਜਿਹੜੀਆਂ ਹੈਗੀਆਂ ਪਹਿਲਾਂ ਕੋਰਟਸ ਡਿਫਰੈਂਟ ਸੀਗੀਆਂ ਬਟ ਹੁਣ ਸਪੈਸੀਫਿਕਲੀ ਫੈਮਿਲੀ ਕੋਰਟਸ ਬਣ ਗਈਆਂ, ਠੀਕ ਹੈ। ਤਾਂ ਜਿਹੜੇ ਡਿਵੋਰਸ ਦੇ ਕੇਸਿਸ ਹੈ ਉਹਨੂੰ ਫੈਮਿਲੀ ਕੋਰਟਸ ਹੀ ਦੇਖਣਗੀਆਂ। ਨਾਲੇ ਅੱਜ ਦੀ ਡੇਟ ਵਿੱਚ ਪ੍ਰੋਸੈਸ ਫਾਸਟ ਹੋ ਗਿਆ। ਪਹਿਲਾਂ ਆਪਾਂ ਡਿਵੋਰਸ ਵਾਲੇ ਪ੍ਰੋਸੈਸ ਨੂੰ ਦੇਖਦੇ ਸੀ, ਬਹੁਤ ਸਮਾਂ ਲੱਗਦਾ ਸੀ, ਬਟ ਜਦੋਂ ਦੀਆਂ ਫੈਮਿਲੀ ਕੋਰਟਸ ਆਈਆਂ ਹੈ, ਫੈਮਿਲੀ ਕੋਰਟਸ ਦੇ ਵਿੱਚ ਪ੍ਰੋਸੈਸ ਫਾਸਟ ਹੋਣ ਕਰਕੇ ਡੇਟਾਂ ਛੋਟੀਆਂ ਪੈ ਰਹੀਆਂ, ਨਜ਼ਦੀਕ ਵਿੱਚ ਡੇਟਾ ਰੱਖ ਰਹੇ ਨੇ। ਡੇਟਾ ਨਜ਼ਦੀਕ ਦੇ ਵਿੱਚ ਰੱਖਣ ਦਾ ਹੀ ਪ੍ਰੋਸੈਸ ਹੈ ਕਿ ਤੁਹਾਡੀ ਜਿਹੜੀ ਕੰਪਲੀਸ਼ਨ ਹੈਗੀ ਫਾਈਲ ਦੀ ਉਹ ਛੇਤੀ ਤੋਂ ਛੇਤੀ ਹੋਵੇ। ਤਾਂ ਇੱਕ ਕਿਸੇ ਵੀ ਜਿਸ ਔਰਤ ਦੇ ਅਗੇਂਸਟ ਵਿੱਚ ਕੋਈ ਫਿਜ਼ੀਕਲ ਮੈਂਟਲ ਕੁਰੈਲਿਟੀ ਹੋ ਰਹੀ ਹੈ, ਉਹ ਮੈਂਟਲ ਕੁਰੈਲਿਟੀ ਬੇਸ ਤੇ ਅਗਰ ਉਹ ਪ੍ਰੂਵ ਕਰ ਪਾਉਂਦੀ ਹੈ ਆਪਣੇ ਕੇਸ ਨੂੰ ਤਾਂ ਉਹਨੂੰ ਡਿਵੋਰਸ ਗ੍ਰਾਂਟ ਕੀਤਾ ਜਾਵੇ। ਮਨਾ ਸਾਹਿਬ, ਇਸ ਦੇ ਨਾਲ ਲੱਗਦੀ ਗੱਲ ਇਹ ਹੈ ਕਿ ਜ਼ਿਆਦਾ ਅਸੀਂ ਅਦਾਲਤ ਦੇ ਵਿੱਚ ਜਾਂਦੇ ਹਾਂ। ਅਦਾਲਤ ਵਿੱਚ ਸਭ ਤੋਂ ਪਹਿਲਾਂ ਜਿਹੜਾ ਇੱਕ ਭਾਵੇਂ ਮੁੰਡੇ ਵੱਲੋਂ ਜਾਈਏ ਕੁੜੀ ਵੱਲੋਂ ਜਾਈਏ, ਇੱਕ ਸਭ ਤੋਂ ਪਹਿਲਾਂ ਗੱਲ ਸਾਨੂੰ ਸਾਬਤ ਕਰਨੀ ਪੈਂਦੀ, ਜਿੱਦਾਂ ਤੁਸੀਂ ਵੀ ਕਿਹਾ ਹੈ ਕਿ ਕਿਤੇ ਅਸਿਸਟੈਂਸ ਵੀ ਲੈਣੀ ਹੈ ਤਾਂ ਤੁਹਾਨੂੰ ਉਹ ਗੱਲ ਸਾਬਤ ਕਰਨੀ ਪੈਣੀ ਕਿ ਵਿਆਹ ਹੋਇਆ ਹੈ। ਤਾਂ ਇਸ ਸਿਲਸਿਲੇ ਦੇ ਵਿੱਚ ਵਿਆਹ ਨੂੰ ਰਜਿਸਟਰ ਕਰਵਾਉਣਾ, ਜੇ ਇੰਡੀਆ ਦੇ ਵਿੱਚ ਇੱਥੇ ਹਿੰਦੁਸਤਾਨ 'ਚ ਵਿਆਹ ਹੋਇਆ ਹੈ ਤਾਂ ਉਹ ਕਿੰਨਾ ਕੁ ਜ਼ਰੂਰੀ ਹੈ ਜੀ? ਦੇਖੋ, ਮੈਂ ਇਹ ਜ਼ਰੂਰ ਕਹੂੰਗਾ ਕਿ ਅੱਜ ਦੀ ਡੇਟ 'ਚ ਹਰੇਕ ਬੰਦੇ ਨੂੰ ਆਪਣਾ ਵਿਆਹ ਰਜਿਸਟਰ ਕਰਾਉਣਾ ਚਾਹੀਦਾ। ਸਰਕਾਰਾਂ ਨੇ ਵੀ ਇਹ ਕੰਪਲਸ਼ਨ ਕੀਤੀ ਹੈ। ਇਹ ਕੰਪਲਸ਼ਨ ਸਰਕਾਰਾਂ ਵੱਲੋਂ ਫੋਰਸਫੁਲੀ ਜ਼ਰੂਰ ਲੱਗਦੀ ਹੋਏਗੀ ਕਿਸੇ ਟਾਈਮ 'ਤੇ, ਬਟ ਅਗਰ ਇਸ ਨੂੰ ਅਸੀਂ ਵੱਡੇ ਪ੍ਰੋਸਪੈਕਟਿਵ ਵਿੱਚ ਦੇਖੀਏ ਤਾਂ ਕਿਤੇ ਨਾ ਕਿਤੇ ਸਾਡੇ ਲਈ ਬਹੁਤ ਜ਼ਰੂਰੀ ਹੈ। ਅਤੇ ਪ੍ਰੋਸਪੈਕਟਿਵ ਇਸ ਲਈ ਜ਼ਰੂਰੀ ਹੈ ਕਿਉਂਕਿ ਕਈ ਟਾਈਮ ਤੁਸੀਂ ਵਿਆਹ ਕਰਵਾਉਂਦੇ ਹੋ, ਇੰਡੀਆ ਦੇ ਵਿੱਚ ਆ ਕੇ ਵਿਆਹ ਕਰਾ ਕੇ ਆਪਾਂ ਇਹੋ ਜਿਹੇ ਇੰਸੀਡੈਂਟਸ ਦੇਖੇ ਆ ਜੋ ਅਸੀਂ ਰੋਜ਼ ਕੋਰਟਸ ਦੇਖਦੇ ਹਾਂ, ਕਹਿੰਦੇ ਮੇਰੀ ਤਾਂ ਘਰ ਵਾਲੀ ਨਹੀਂ ਹੈਗੀ ਔਰ ਬੰਦਾ ਇੱਥੋਂ ਬਾਹਰ ਫੋਰਨ ਚੱਲ ਜਾਂਦਾ। ਉਹਨਾਂ ਸਿਨੈਰੀਓ ਦੇ ਵਿੱਚ ਤੁਹਾਡੇ ਕੋਲ ਗਵਰਨਮੈਂਟ ਦਾ ਕੋਈ ਪ੍ਰੂਫ ਨਹੀਂ ਹੈਗਾ ਕਿ ਦੈਟ ਯੂ ਵਰ ਮੈਰਿਡ ਔਰ ਨਾਟ ਮੈਰਿਡ। ਹੁਣ ਵਿਆਹ ਅਗਰ ਤੁਸੀਂ ਰਜਿਸਟਰ ਕਰਾਇਆ ਹੋਏਗਾ ਜੋ ਗਵਰਨਮੈਂਟ ਨੇ ਕਿਹਾ ਤਾਂ ਸਭ ਤੋਂ ਪਹਿਲਾਂ ਤੁਹਾਡੀ ਆਥੈਂਟੀਕੇਸ਼ਨ ਉਸ ਚੀਜ਼ ਤੋਂ ਪ੍ਰੂਵ ਹੋ ਜਾਏਗੀ ਕਿ ਦੈਟ ਯੂ ਆਰ ਮੈਰਿਡ ਟੂ ਦਿਸ ਪਰਸਨ। ਹੁਣ ਉਸ ਚੀਜ਼ ਦਾ ਹੋਰ ਵੀ ਫਾਇਦੇ ਹੁੰਦੇ ਆ ਜੀ। ਇੱਕ ਵਾਰੀ ਉਹ ਤੁਹਾਡਾ ਵਿਆਹ ਰਜਿਸਟਰ ਹੋਇਆ ਹੋਵੇ, ਸਪੋਜ਼ ਉਹ NRI ਜਾਂ ਕੋਈ ਹੋਰ ਬੰਦਾ ਦੁਬਾਰਾ ਮੈਰਿਜ ਰਜਿਸਟਰ ਕਰਨਾ ਚਾਹਵੇ ਤਾਂ ਸਰਕਾਰ ਦੇ ਰਿਕਾਰਡਸ ਨੂੰ ਤੁਸੀਂ ਦੇਖ ਕੇ ਖੰਗੋਲ ਕੇ ਤੁਸੀਂ ਇਹ ਚੀਜ਼ ਲੱਭ ਸਕਦੇ ਹੋ ਕਿ ਇਹ ਬੰਦਾ ਪਹਿਲਾਂ ਸਾਡੇ ਨਾਲ ਝੂਠ ਤਾਂ ਨਹੀਂ ਬੋਲ ਰਿਹਾ, ਕਿਤੇ ਇਹਦਾ ਪਹਿਲਾਂ ਵਿਆਹ ਤਾਂ ਨਹੀਂ ਹੋਇਆ, ਕਿਉਂਕਿ ਉਹਦੇ ਵਿੱਚ ਸਪੈਸੀਫਿਕਲੀ ਕਾਲਮਸ ਹੁੰਦੇ ਨੇ ਜਿਸ ਕਾਲਮ ਦੇ ਵਿੱਚ ਤੁਹਾਨੂੰ ਆਪਣਾ ਮੈਰਿਟਲ ਸਟੇਟਸ ਦੱਸਣਾ ਪੈਂਦਾ, ਚਾਹੇ ਉਹ ਲੜਕੀ ਹੋਵੇ ਚਾਹੇ ਲੜਕਾ ਹੋਵੇ। ਅਗਰ ਉਹਨਾਂ ਦੇ ਪੁੱਛਿਆ ਜਾਂਦਾ ਹੈ ਕਿ ਵਿਆਹ ਹੋਣ ਤੋਂ ਪਹਿਲਾਂ ਦੀ ਤੁਹਾਡੀ ਸਥਿਤੀ ਕੀ ਸੀ, ਇਸ ਸਥਿਤੀ ਦਾ ਮੇਰੇ ਕਹਿਣ ਦਾ ਮਤਲਬ ਹੈ ਕਿ ਤੁਸੀਂ ਪਹਿਲਾਂ ਮੈਰਿਡ ਸੀਗੇ ਜਾਂ ਤੁਸੀਂ ਅਨਮੈਰਿਡ ਸੀਗੇ ਜਾਂ ਤੁਸੀਂ ਡਿਵੋਰਸੀ ਸੀਗੇ। ਉਹ ਤਿੰਨੋਂ ਚੀਜ਼ਾਂ ਤੁਹਾਨੂੰ ਉਹਦੇ ਵਿੱਚ ਲਿਖਣੀਆਂ ਪੈਂਦੀਆਂ।
ਹੁਣ ਉਸ ਚੀਜ਼ ਦੇ ਵਿੱਚ ਕਿਸੇ ਆਦਮੀ ਦਾ ਪਹਿਲਾਂ ਅਗਰ ਕੋਈ ਡਿਵੋਰਸ ਹੋ ਰੱਖਿਆ ਹੈ ਤਾਂ ਉਹਨੂੰ ਡਿਵੋਰਸ ਦੀ ਡਿਕਰੀ ਨਾਲ ਲਾ ਕੇ ਜਦੋਂ ਉਹਨੂੰ ਰਜਿਸਟਰ ਕਰਾਉਂਦਾ ਹੈ ਤਾਂ ਉਹਨੂੰ ਉੱਥੇ ਲਿਖਿਆ ਆਏਗਾ ਕਾਲਮ ਦੇ ਵਿੱਚ ਡਿਵੋਰਸ ਸੀ। ਤਾਂ ਉਸ ਚੀਜ਼ਾਂ ਤੋਂ ਸਾਡੀਆਂ ਭੈਣਾਂ ਵੀ ਜਾਗਰੂਕ ਹੋਣਗੀਆਂ, ਉਹਨਾਂ ਨੂੰ ਵੀ ਪਤਾ ਲੱਗੇਗਾ ਕਿ ਇਹ ਬੰਦਾ ਜਿਹੜਾ ਮੇਰੇ ਨਾਲ ਵਿਆਹ ਕਰਾਉਣ ਲੱਗਾ ਹੈ ਇਹ ਪਹਿਲਾਂ ਮੈਰਿਡ ਸੀਗਾ ਜਾਂ ਨਹੀਂ ਸੀਗਾ। ਤੇ ਇਸ ਲਈ ਅੱਜ ਦੀ ਡੇਟ ਦੇ ਵਿੱਚ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਇਹ ਕਹੂੰਗਾ ਕਿ ਮੈਰਿਜ ਨੂੰ ਰਜਿਸਟਰ ਜ਼ਰੂਰ ਕਰਾਓ। ਮੈਰਿਜ ਰਜਿਸਟਰ ਕਰਾਉਣ ਦੇ ਉਹਦੇ ਡਾਕੂਮੈਂਟ ਜਿਹੜੇ ਹੈਗੇ ਉਹ ਆਪਣੇ ਕੋਲ ਸਾਂਭ ਕੇ ਰੱਖੋ। ਇਹ ਕੱਲ ਨੂੰ ਤੁਸੀਂ ਉਸ ਬੰਦੇ ਦੇ ਨਾਲ, ਜਿਸ ਬੰਦੇ ਨਾਲ ਤੁਹਾਡਾ ਵਿਆਹ ਹੋਇਆ, ਜਿਸ ਆਦਮੀ ਦੇ ਨਾਲ ਤੁਹਾਡਾ ਵਿਆਹ ਹੋਇਆ, ਤੁਸੀਂ ਬਾਹਰ ਵੀ ਜਾਣਾ ਹੈ, ਤੁਹਾਨੂੰ ਉਸ ਪਰਪਸ ਲਈ ਵੀ ਇਹ ਇਨਫੈਕਟ ਤੁਹਾਡੀ ਮੈਰਿਜ ਰਜਿਸਟ੍ਰੇਸ਼ਨ ਦਾ ਪ੍ਰੂਫ ਹੈ ਇੰਡੀਅਨ, ਵਿਚ ਇਜ਼ ਵੈਲਿਡ ਇਨ ਨੰਬਰ ਆਫ ਕੰਟਰੀਜ਼, ਆਈ ਵਿਲ ਸੇ ਆਲ ਦੀ ਕੰਟਰੀਜ਼, ਇਟ ਇਜ਼ ਵੈਲਿਡ ਓਵਰ ਦੇਅਰ। ਇਸ ਦੇ ਨਾਲ ਲੱਗਦਾ ਹੀ ਮਨਾਜ ਸਾਹਿਬ ਇੱਕ ਹੋਰ ਮੇਰਾ ਸਵਾਲ ਹੈ ਕਿ ਅੱਜ ਦਾ ਜਿਹੜਾ ਅਸੀਂ ਦੌਰ ਆ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀ ਵਾਰ ਜਿਹੜੇ ਮੁੰਡੇ ਹੈਗੇ ਆ ਜਾਂ ਮਰਦ ਹੈਗੇ ਉਹਨਾਂ ਦੇ ਨਾਲ ਵੀ ਇੱਦਾਂ ਦੇ ਜਿਹੜੇ ਇੰਸੀਡੈਂਟ ਹੋ ਜਾਂਦੇ ਹੈ ਕਿ ਜਿੱਦਾਂ ਬਾਹਰ ਜਾਂਦੇ ਹਨ, ਵਿਆਹ ਹੁੰਦਾ ਹੈ ਕਿ ਬਾਹਰ ਜਾ ਕੇ ਹਾਲਾਤ ਕੁਝ ਹੋਰ ਨਿਕਲਦੇ ਹਨ ਜਾਂ ਉਹਨਾਂ ਨੂੰ ਵੀ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਕਿ ਜਦ ਉਹ ਇੱਦਾਂ ਦੀ ਕੋਈ ਉਹ ਸਮੱਸਿਆ ਦੇ ਵਿੱਚ ਫਸਦੇ ਹਨ, ਇਹੀ ਪ੍ਰੋਸੀਜਰ ਹੈ ਉਹਨਾਂ ਦੇ ਲਈ ਵੀ ਜਿਹਨੂੰ ਫੋਲੋ ਕਰਨਾ ਹੈ ਕਾਨੂੰਨ ਦਾ? ਥੋੜਾ ਜਿਹਾ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਚਾਹੁੰਦੇ। ਦੇਖੋ, ਜੋ ਲਾਅ ਹੈਗਾ ਮੈਰਿਜ ਦੇ ਰਿਗਾਰਡਿੰਗ, ਇਹ ਲਾਅ ਦੋਨਾਂ ਲਈ ਬਰਾਬਰ ਹੈਗਾ। ਠੀਕ ਹੈ ਜੀ। ਹੁਣ ਮੈਂ ਪਹਿਲਾਂ ਦਰਸ਼ਕਾਂ ਨੂੰ ਆਲਰੇਡੀ ਦੱਸਿਆ ਸੀਗਾ ਜਦੋਂ ਹਿੰਦੂ ਮੈਰਿਜ ਐਕਟ ਬਣਿਆ ਸੀਗਾ, ਉਹ ਹਿੰਦੂ ਮੈਰਿਜ ਐਕਟ ਦੀ ਸਭ ਤੋਂ ਪਹਿਲੀ ਚੀਜ਼ ਨੀਂਹ ਇਹ ਸੀਗੀ ਕਿ ਅਸੀਂ ਕੋਸ਼ਿਸ਼ ਕਰਕੇ ਮੈਰਿਜ ਨੂੰ ਬਚਾਉਣਾ ਹੈ, ਮੈਰਿਜ ਆਪਣੇ ਤੋੜਨੀ ਨਹੀਂ ਹੈ। ਠੀਕ ਹੈ ਜੀ। ਬਟ ਅੱਜ ਜਦੋਂ ਜਿੱਦਾਂ ਸੋਸਾਇਟੀ ਡਿਵੈਲਪ ਹੋ ਰਹੀ ਹੈ, ਆਪਾਂ ਦੇਖਦੇ ਹਾਂ ਸਾਡੇ ਬਜ਼ੁਰਗਾਂ ਦਾ ਟਾਈਮ ਵੱਖਰਾ ਸੀਗਾ, ਉਸ ਟਾਈਮ ਤੇ ਮੈਰਿਜਸ ਚੱਲਦੀਆਂ ਸੀ ਤਾਂ ਬਹੁਤ ਅੱਛੀਆਂ ਚੱਲਦੀਆਂ ਸੀਗੀਆਂ, ਕਾਫੀ ਲੰਬੀਆਂ ਗਈਆਂ। ਅੱਜ ਦਾ ਸਿਨੈਰੀਓ ਜਿੱਦਾਂ ਚੇਂਜ ਹੋ ਰਿਹਾ ਉਹਦੇ ਨਾਲ ਹਰੇਕ ਨੂੰ ਚੇਂਜ ਹੋਣਾ ਪੈਂਦਾ। ਡਿਵੋਰਸ ਦੇ ਕੇਸਿਸ, ਨੰਬਰ ਆਫ ਡਿਵੋਰਸ ਕੇਸਿਸ ਆਰ ਬੀਇੰਗ ਫਾਈਲਡ, ਜਿਹੜੀ ਲਿਟੀਗੇਸ਼ਨ ਡਿਵੋਰਸ ਵਾਲੀ ਵਧੀ ਹੈ, ਮੈਂ ਇਸ ਦੇ ਵਿੱਚ ਮੰਨੂੰਗਾ ਇਸ ਚੀਜ਼ ਨੂੰ ਕਿ ਡਿਵੋਰਸ ਦੀ ਲਿਟੀਗੇਸ਼ਨ ਵਧੀ ਹੈ। ਬਟ ਉਹਦੇ ਵਿੱਚ ਕਿਤੇ ਨਾ ਕਿਤੇ ਇਹ ਚੀਜ਼ ਵੀ ਅੱਛੀ ਹੈ, ਅਗਰ ਦੋ ਬੱਚੇ ਆਪਸ ਦੇ ਵਿੱਚ ਇਕੱਠੇ ਨਹੀਂ ਰਹਿ ਸਕਦੇ ਤਾਂ ਉਹਨਾਂ ਨੂੰ ਅਲੱਗ ਹੋ ਕੇ ਆਪਣੀ ਜ਼ਿੰਦਗੀ ਨੂੰ ਸੁਖੀ ਤਰੀਕੇ ਨਾਲ ਅੱਗੇ ਵਧਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਿਤੇ ਇੱਕ ਡਿਵੋਰਸ ਦਾ ਪਹਿਲਾਂ ਜੋ ਇੱਕ ਜਿਹਨੂੰ ਤਗਮਾ ਮੰਨਿਆ ਜਾਂਦਾ ਸੀ, ਉਹ ਅੱਜ ਦੀ ਸੋਸਾਇਟੀ ਵਿੱਚ ਉਹ ਤਗਮਾ ਕਿਤੇ ਸਾਈਡ ਤੇ ਹਟਦਾ ਹੋਇਆ। ਇਟ ਇਜ਼ ਨਾਟ ਅ ਟੈਬੂ ਐਜ਼ ਆਫ ਨਾਓ ਕਿ ਕੋਈ ਬੰਦਾ ਡਿਵੋਰਸ ਹੈ ਜਾਂ ਨਹੀਂ ਹੈ। ਤਾਂ ਉਸ ਸਿਨੈਰੀਓ ਦੇ ਵਿੱਚ ਹੁਣ ਡਿਵੋਰਸ ਦੇ ਵਿੱਚ ਤੁਸੀਂ ਜਦੋਂ ਆਉਣਾ ਹੈ, ਹੁਣ ਸਾਨੂੰ ਸਮਝਣ ਦੀ ਕੋਸ਼ਿਸ਼ ਕਰਨੀ ਪੈਣੀ ਕਿ ਡਿਵੋਰਸ ਹੁੰਦਾ ਕੀ ਹੈ। ਡਿਵੋਰਸ ਇੱਕ ਚੀਜ਼ ਹੈਗੀ ਹੈ, ਕੋਈ ਲੀਗਲ ਡਾਕੂਮੈਂਟ ਹੈ। ਇਟ ਇਜ਼ ਅ ਡਾਕੂਮੈਂਟ ਕਿ ਜਿਹੜੀ ਤੁਹਾਡੀ ਇੱਕ ਮੈਰਿਜ ਬਾਈ ਐਨੀ ਕਸਟਮਸ, ਐਨੀ ਰੀਤੀ ਰਿਵਾਜ ਜਿਹੜੇ ਤੁਸੀਂ ਇੱਕ ਸੋਸਾਇਟੀ ਵਿੱਚ ਫੋਲੋ ਕਰਦੇ ਹੋ, ਉਸ ਨੂੰ ਤੋੜਨ ਲਈ ਬਣਾਈ ਗਈ ਹੈ, ਜੋ ਸਿਰਫ ਕੋਰਟਸ ਕੰਪੀਟੈਂਟ ਹੈਗੀਆਂ ਔਰ ਉਸ ਡਿਵੋਰਸ ਨੂੰ ਕੋਰਟਸ ਗ੍ਰਾਂਟ ਕਰ ਸਕਦੀ। ਕਈ ਅਸੀਂ ਪਿੰਡਾਂ ਦੇ ਵਿੱਚ ਵੀ ਦੇਖਿਆ ਕਿ ਲੋਕੀ ਕਹਿੰਦੇ ਕਿ ਸਾਡਾ ਪੰਚਾਇਤੀ ਡਿਵੋਰਸ ਹੋ ਗਿਆ ਸੀਗਾ ਜੀ, ਅਸੀਂ ਪੰਚਾਇਤ ਦੇ ਵਿੱਚ ਜਾ ਕੇ ਪੰਚਾਇਤ ਨੇ ਸਾਨੂੰ ਡਿਵੋਰਸ ਕਰ ਦਿੱਤਾ। ਦੇਖੋ, ਪੰਚਾਇਤੀ ਡਿਵੋਰਸ ਤੁਸੀਂ ਆਪਣੇ ਪਿੰਡਾਂ ਵਿੱਚ ਲੈ ਸਕਦੇ ਹੋ। ਮੈਂ ਮੁੰਡਿਆਂ ਦੀ ਵੀ ਗੱਲ ਕਰਾਂਗਾ ਕਿ ਮੁੰਡੇ ਕਈ ਪਿੰਡਾਂ ਜਾ ਕੇ ਸਿਰਫ ਇੱਕ ਕਾਗਜ਼ ਲਿਖਦੇ ਨੇ, ਪੰਚਾਇਤ ਦੇ ਮੈਂਬਰਾਂ ਦੇ ਸਾਈਨ ਕਰਾਉਂਦੇ ਨੇ, ਸਰਪੰਚ ਦੇ ਸਾਈਨ ਕਰਾਉਂਦੇ ਨੇ, ਤਾਂ ਆਪਣੇ ਲਿਖਦੇ ਨੇ, ਕੁੜੀ ਦੇ ਸਾਈਨ ਹੋ ਜਾਂਦੇ, ਕਹਿੰਦੇ ਅਸੀਂ ਡਿਵੋਰਸ ਲੈ ਲਿਆ। ਬਟ ਦੇਖੋ, ਉਹ ਡਾਕੂਮੈਂਟ ਜਿਹੜਾ ਹੈਗਾ ਤੁਹਾਡਾ ਉਦੋਂ ਤੱਕ ਵੈਲਿਡ ਡਾਕੂਮੈਂਟ ਨਹੀਂ ਹੈ, ਕਿਉਂਕਿ ਕੋਈ ਵੀ ਡਿਵੋਰਸ ਜਿਹੜਾ ਹੈਗਾ ਹੈ ਉਹ ਸਿਰਫ ਕੋਰਟ ਕੰਪੀਟੈਂਟਸ ਹੈਗੀਆਂ ਜਿਹਨੂੰ ਗ੍ਰਾਂਟ ਕਰਨਗੇ। ਇਸ ਦੇ ਨਾਲ ਹੀ ਮੇਰਾ ਜਿਹੜਾ ਹੈਗਾ ਜੀ ਰਲਦਾ ਮਿਲਦਾ ਅਗਲਾ ਸਵਾਲ ਹੈ ਕਿ ਜਿੱਦਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਜਾਣਕਾਰੀ 'ਚ ਵਾਧਾ ਕੀਤਾ ਕਿ ਜੇ ਕੋਈ ਵਿਆਹ ਇੰਡੀਆ ਦੇ ਵਿੱਚ ਹੋਇਆ, ਹਿੰਦੁਸਤਾਨ 'ਚ, ਉਹਦੀ ਰਜਿਸਟ੍ਰੇਸ਼ਨ ਇੱਥੇ ਹੋ ਚੁੱਕੀ ਹੈ ਜੀ, ਤਾਂ ਉਹਨੂੰ ਜੇ ਡਿਵੋਰਸ ਲੈਣਾ ਹੈ ਤਾਂ ਉਹਦੇ ਲਈ ਤੁਹਾਨੂੰ ਇੰਡੀਆ ਵਿੱਚ ਹੀ ਕੇਸ ਕਰਨਾ ਡੈਫੀਨਿਟਲੀ। ਬਹੁਤ ਸਾਰੀ ਵਾਰ ਕਈ ਵਾਰ ਕੀ ਹੁੰਦਾ ਹੈ ਕਿ ਕੁਝ ਲੋਕ ਜਿਹੜੇ ਹੈਗੇ ਆ ਬਾਹਰ ਜਿਹੜਾ ਹੈਗਾ ਉਹ ਵਿਆਹ ਕਰਾ ਲੈਂਦੇ ਨੇ, ਇੱਥੇ ਇੰਡੀਆ 'ਚ ਵਿਆਹ ਕਰਵਾ ਕੇ ਬਾਹਰ ਡਿਵੋਰਸ ਕਰਵਾ ਲੈਂਦੇ ਆ ਜੀ। ਡਿਵੋਰਸ ਹੋ ਗਿਆ ਪਰ ਇੰਡੀਆ ਦੇ ਵਿੱਚ ਜਿਹੜੀ ਉਹ ਡਿਵੋਰਸ ਡਿਗਰੀ ਉਹਨੂੰ ਐਗਜ਼ੀਕਿਊਟ ਨਹੀਂ ਕੀਤਾ ਗਿਆ। ਪਹਿਲੀ ਸਥਿਤੀ ਇਹ ਨਾਲ ਲੱਗਦੇ ਹੀ ਉਹ ਕੀ ਹੈ ਕਿ ਜਿਹੜਾ ਉੱਥੇ ਬੰਦਾ ਹੈ ਜਾਂ ਕੰਸਰਨਡ ਕੋਈ ਵੀ ਪਾਰਟਨਰ ਹੈ ਉਹ ਨਵਾਂ ਵਿਆਹ ਕਰਾ ਲੈਂਦਾ ਹੈ ਧੋਖੇ ਦੇ ਨਾਲ। ਉਹਦੇ ਵਿੱਚ ਸਾਡੇ ਕੋਲ ਕੀ ਹੱਲ ਇੱਥੇ ਹੈਗਾ ਕਿ ਉੱਥੇ ਡਿਵੋਰਸ ਉਹ ਨਹੀਂ ਲੈ ਲਿਆ, ਇੰਡੀਆ ਦੇ ਵਿੱਚ ਐਗਜ਼ੀਕਿਊਟ ਨਹੀਂ ਕਰਾਇਆ, ਉੱਥੇ ਦੂਜਾ ਵਿਆਹ ਕਰਾ ਲਿਆ, ਕੀ ਅਸੀਂ ਇੰਡੀਆ ਦੇ ਕਾਨੂੰਨ ਜਾਂ IPC ਤਹਿਤ ਕੋਈ ਇੱਦਾਂ ਦੀ ਸਾਡੇ ਕੋਲ ਧਾਰਾ ਹੈਗੀ ਜਿਹਦੇ ਤਹਿਤ ਆਪਾਂ ਉਸ ਬੰਦੇ ਦੇ ਖਿਲਾਫ ਕੰਪਲੇਂਟ ਦੇ ਸਕਦੇ ਹਾਂ? ਕਨਵਰ ਜੀ, ਤੁਹਾਡਾ ਕੁਐਸਚਨ ਬੜਾ ਜਾਇਜ਼ ਹੈ। ਮੈਂ ਇਹਦੇ ਵਿੱਚ ਥੋੜਾ ਜਿਹਾ ਚਾਨਣ ਪਾਣਾ ਚਾਹੂੰਗਾ ਕਿ ਪਹਿਲਾਂ ਆਪਣੇ ਆਨਰੇਬਲ ਸੁਪਰੀਮ ਕੋਰਟ ਦੇ ਥੋੜੇ ਜਿਹੇ ਡਿਵਰਜੈਂਟ ਵਿਊ ਆਏ ਸੀਗੇ ਜਿਹਦੇ ਵਿੱਚ ਕਿਹਾ ਗਿਆ ਸੀਗਾ ਕਿ ਬਾਹਰਲੀ ਡਿਕਰੀ ਵੀ ਇੰਡੀਆ ਵਿੱਚ ਵੈਲਿਡ ਹੋਏਗੀ। ਠੀਕ ਹੈ ਜੀ। ਬਟ ਲੇਟੈਸਟ ਸਿਨੈਰੀਓ, ਲੇਟੈਸਟ ਪੋਜੀਸ਼ਨ ਇਹ ਹੈ ਕਿ ਅਗਰ ਕੋਈ ਮੈਰਿਜ ਜਿਹੜੀ ਕਿ ਆਪਣੇ ਇੰਡੀਅਨ ਰੀਤੀ ਰਿਵਾਜ ਨਾਲ, ਅਗੇਨ ਮੈਂ ਵਿਲ ਰੀਇਨਟਰੇਟ ਹੋ ਰਿਹਾ ਕਿ ਹਿੰਦੂ ਔਰ ਸਿੱਖ ਮੈਰਿਜ ਦੇ ਹਿਸਾਬ ਨਾਲ ਹੋਈ ਹੈ, ਤਾਂ ਉਹਨਾਂ ਨੂੰ ਡਿਵੋਰਸ ਦੇਣ ਦੀ ਪਾਵਰਾਂ ਵੀ ਜਿਹੜੀਆਂ ਹੈਗੀਆਂ ਉਹ ਇੰਡੀਅਨ ਕੋਰਟਸ ਕੋਈ ਹੈਗੀ। ਠੀਕ ਹੈ ਜੀ। ਕਮਰ ਜੀ, ਅਗਰ ਕੋਈ ਬੱਚਾ ਸਪੋਜ਼ ਉੱਥੇ ਡਿਵੋਰਸ ਲੈ ਕੇ ਦੁਬਾਰਾ ਮੈਰਿਜ ਕਰ ਲੈਂਦਾ ਔਰ ਮੈਰਿਜ ਕਰਨ ਦੇ ਬਾਅਦ ਉਹ ਆਪਣੀ ਨਵੀਂ ਵਾਈਫ ਜਾਂ ਨਵੇਂ ਹਸਬੈਂਡ ਦੇ ਨਾਲ ਰਹਿਣ ਲੱਗ ਜਾਂਦਾ ਹੈ, ਤਾਂ ਉਸ ਸਿਨੈਰੀਓ ਦੇ ਵਿੱਚ ਦੋਨੋਂ ਹੀ ਪਾਰਟਨਰਸ ਕੋ, ਆਈ ਵਿਲ ਸੇ ਕਿ ਗਰਲ ਐਂਡ ਬॉय, ਦੋਨੋਂ ਹੀ ਪਾਰਟਨਰ ਜੋ ਕਿ ਇੰਡੀਆ ਵਿੱਚ ਹੈਗੇ ਨੇ, ਉਹਨਾਂ ਕੋ ਆਪਣੀ ਜਿਹੜਾ ਆਲਰੇਡੀ ਹਸਬੈਂਡ ਹੈਗਾ ਜਿਹਨੇ ਕਿ ਇੰਡੀਅਨ ਕਾਨੂੰਨ ਦੇ ਹਿਸਾਬ ਨਾਲ ਡਿਵੋਰਸ ਨਹੀਂ ਲਿਆ ਹੈਗਾ ਔਰ ਇੰਡੀਅਨ ਦੀ ਕੋਈ ਕੋਰਟ ਦੀ ਉਹਦੇ ਕੋਲ ਡਿਕਰੀ ਨਹੀਂ ਹੈਗੀ ਹੈ, ਕੋਈ ਜਜਮੈਂਟ ਨਹੀਂ ਹੈਗੀ ਹੈ, ਤਾਂ ਉਹ ਇੱਥੇ IPC ਦੀ ਧਾਰਾ ਸੈਕਸ਼ਨ 494 ਦੇ ਅੰਡਰ ਆਪਣੇ ਜਿਹੜੇ ਹਸਬੈਂਡ ਹੈਗੇ ਆ ਉਹਨਾਂ ਦੇ ਅਗੇਂਸਟ ਵਿੱਚ ਕੇਸ ਫਾਈਲ ਕਰ ਸਕਦੇ ਨੇ। ਠੀਕ ਹੈ ਜੀ। ਉਹਦੀ ਪਨਿਸ਼ਮੈਂਟ ਹੋਏਗੀ, ਜਦੋਂ ਉਹ ਸਾਬਤ ਹੋ ਜਾਏਗਾ ਤਾਂ ਹੀ ਵਿਲ ਬੀ
ਰਿਪਰੀਮੈਂਡਡ ਫॉर दैट। ਠੀਕ ਹੈ ਜੀ। ਸੋ ਕਹਿਣ ਦਾ ਭਾਵ ਹੈ ਕਿ ਬਾਇਓਗੈਮੀ ਦਾ ਜਿਹੜਾ ਕੰਪਲੇਂਟ ਉਹ ਜਾਊਗੀ, ਉਹਦੇ ਖਿਲਾਫ ਜਿਹੜੀ ਉਹ ਹੋਊਗੀ। ਤਾਂ ਇਸ ਦੇ ਨਾਲ ਲੱਗਦਾ ਇੱਕ ਹੋਰ ਸਵਾਲ ਹੈ ਜੀ ਕਿ ਜਿੱਦਾਂ ਤੁਸੀਂ ਦੱਸਿਆ ਕਿ ਇਹ ਸਭ ਤੋਂ ਜ਼ਿਆਦਾ ਜਿਹੜਾ ਜ਼ਰੂਰੀ ਹੈ ਉਹ ਹੈਗਾ ਹਿੰਦੁਸਤਾਨ ਦੇ ਵਿੱਚ ਵਾਪਸ ਆ ਕੇ ਇੰਡੀਆ 'ਚ ਤੁਸੀਂ ਡਿਵੋਰਸ ਫਾਈਲ ਕਰਨਾ। ਕਈ ਵਾਰ ਕੀ ਹੁੰਦਾ ਹੈ ਕਿ ਬਾਹਰ ਜਿਹੜਾ ਆਪਸ ਵਿੱਚ ਨਹੀਂ ਬਣਦੀ ਹੁੰਦੀ, ਇੱਕ ਜਿਹੜਾ ਹੈਗਾ ਦੋਨਾਂ ਜਿਹੜਾ ਮੀਆਂ ਬੀਬੀ ਦੇ ਵਿੱਚੋਂ ਬੰਦਾ ਚਲਾਕੀ ਨੇ ਇੱਥੇ ਆ ਕੇ ਚੁੱਪ ਚਪੀਤੇ ਜਿਹੜੀ ਹੈ, ਜਿਹਨੂੰ ਆਪਾਂ ਲੀਗਲ ਟਰਮਸ ਦੇ ਵਿੱਚ ਕਹਿੰਦੇ ਆ ਐਕਸ ਪਾਰਟੀ ਡਿਕਰੀ ਜਾਂ ਇੱਕ ਤਰਫਾ ਡਿਕਰੀ ਲੈ ਜਾਂਦਾ ਹੈ। ਉਹਨੂੰ ਬਾਹਰ ਵਾਲਾ ਜਿਹੜਾ ਕੰਸਰਨ ਪਾਰਟਨਰ ਹੈ ਉਹਨੂੰ ਪਤਾ ਹੀ ਨਹੀਂ ਲੱਗਣ ਦਿੰਦਾ ਕਿ ਇੱਥੇ ਡਿਵੋਰਸ ਹੋ ਗਿਆ ਹੈ। ਉਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਮੀਆਂ ਬੀਬੀ ਬਾਹਰ ਹੈ ਦੋਨਾਂ ਦੇ ਵਿੱਚੋਂ, ਉਹਨੂੰ ਬਾਅਦ ਚੋਂ ਪਤਾ ਲੱਗਦਾ ਹੈ, ਕਹਿ ਲਓ ਸਾਲ ਬਾਅਦ ਜਾਂ 6 ਮਹੀਨੇ ਬਾਅਦ 2 ਸਾਲ ਬਾਅਦ ਪਤਾ ਲੱਗਾ ਕਿ ਇੱਕ ਤਰਫਾ ਮੇਰੇ ਖਿਲਾਫ ਤਾਂ ਡਿਵੋਰਸ ਲਿਆ ਹੋ ਗਿਆ। ਉੱਥੇ ਉਸ ਬੰਦੇ ਦੇ ਕੋਲ ਕੀ ਹੱਕ ਹਨ ਜਾਂ ਕੀ ਜਿਹੜੀ ਉਹ ਤੁਸੀਂ ਕਹਿ ਸਕਦੇ ਹੋ ਕਿ ਪੋਸੀਬਿਲਿਟੀਆਂ ਤਾਂ ਹੈਗੀਆਂ ਜਿਨ੍ਹਾਂ ਨੂੰ ਉੱਥੇ ਇੰਡੀਆ ਆ ਕੇ ਐਕਸਪਲੋਰ ਕਰ ਸਕਦੇ ਜੀ? ਦੇਖੋ ਕਮਲ ਜੀ, ਇਹਦੇ ਵਿੱਚ ਸਮਝਣ ਵਾਲੀ ਗੱਲ ਹੈ ਕਿ ਕਦੀ ਵੀ ਜੋ ਵੀ ਡਿਵੋਰਸ ਦੀ ਡਿਕਰੀ ਗ੍ਰਾਂਟ ਹੁੰਦੀ ਹੈ, ਜਿੱਥੇ ਕੰਟੈਸਟਡ ਹੋਵੇ ਜਾਂ ਐਕਸ ਪਾਰਟੀ ਹੋਵੇ, ਇਹਨਾਂ ਦੋਨੋਂ ਸਿਨੈਰੀਓ ਦੇ ਵਿੱਚ ਜਿਹੜਾ ਵੀ ਕੋਈ ਡਿਕਰੀ ਅਗਰ ਤੁਹਾਡੇ ਅੱਜ ਫੈਸਲਾ ਹੋ ਰਿਹਾ ਅੱਜ ਤੋਂ 3 ਮਹੀਨੇ ਦੇ ਅੰਦਰ ਅੰਦਰ, ਚਾਹੇ ਉਹ ਗਰਲ ਹੋਵੇ ਚਾਹੇ ਉਹ ਮੁੰਡਾ ਹੋਵੇ, ਉਹ ਦੋਨੋਂ ਜਣੇ ਆਪਸ ਕਿਸੇ ਹੋਰ ਦੇ ਨਾਲ ਵਿਆਹ ਨਹੀਂ ਕਰਾ ਸਕਦੇ। ਠੀਕ ਹੈ ਜੀ। ਬਟ ਕਈ ਸਿਨੈਰੀਓ ਜਿੱਦਾਂ ਤੁਸੀਂ ਦੱਸਿਆ ਹੈ ਕਿ ਐਕਸ ਪਾਰਟੀ ਡਿਵੋਰਸ ਜਿਹੜੀਆਂ ਇੱਕ ਤਰਫਾ ਡਿਵੋਰਸ ਜਿਹਨੂੰ ਆਪਾਂ ਕਿਹਾ ਜਾਂਦਾ ਹੈ ਕਿ ਆ ਕੇ ਫਾਈਲ ਕੀਤਾ ਜਾਂਦਾ ਹੈ ਔਰ ਇਹਦੇ ਲਿਆ ਜਾਂਦਾ ਹੈ, ਔਰ ਜਿਸ ਸਿਨੈਰੀਓ ਵਿੱਚ ਕੋਈ ਬੱਚਾ ਚਾਹੇ ਉਹ ਕੁੜੀ ਮੁੰਡਾ ਬਾਹਰ ਰਹਿ ਰਹੇ ਨੇ, ਉਸ ਸਿਨੈਰੀਓ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਦੋਂ ਉਹਨੂੰ ਜਿਸ ਸਮੇਂ ਉਹਨੂੰ ਪਤਾ ਲੱਗਦਾ ਹੈ, ਉਹਨੂੰ ਸਭ ਤੋਂ ਪਹਿਲਾਂ ਹੀ ਆ ਕੇ ਆਪਣੇ ਹੱਕ ਰੱਸੀ ਕਰਨ ਲਈ ਕੋਰਟ ਦੇ ਵਿੱਚ ਆਉਣਾ ਚਾਹੀਦਾ, ਆਪਣੀ ਕੋਰਟ ਦੀ ਆਰਡਰ ਅਪਲਾਈ ਕਰਨੇ ਚਾਹੀਦੇ। ਉਹਦੇ ਬਾਅਦ ਉਹ ਦੇਖਣਾ ਚਾਹੀਦਾ ਕਿ ਜਿਹੜਾ ਮੈਨੂੰ ਸਮਨਿੰਗ ਹੋਈ ਸੀ ਉਹ ਮੈਨੂੰ ਕਿਹੜੇ ਐਡਰੈਸ ਤੇ ਹੋਈ ਸੀ। ਠੀਕ ਹੈ ਜੀ। ਅਗਰ ਮੈਨੂੰ ਸਮਨਿੰਗ ਜਿਹੜੀ ਹੋ ਰਹੀ ਹੈ, ਜਿਹੜਾ ਮੇਰਾ ਫੋਰਨ ਦਾ ਐਡਰੈਸ ਹੈ, ਕਿ ਉਹ ਵੈਲਿਡ ਐਡਰੈਸ ਦਿੱਤਾ ਗਿਆ? ਅਗਰ ਉਹ ਤੁਹਾਡਾ ਫੋਰਨ ਦਾ ਐਡਰੈਸ ਵੈਲਿਡ ਦਿੱਤਾ ਗਿਆ ਸੀ, ਕੀ ਤੁਹਾਨੂੰ ਅੱਜ ਤੱਕ ਸਮਨ ਮਿਲੇ? ਉਹ ਕੀ ਇੰਡੀਅਨ ਐਮਬੈਸੀ ਦੇ ਥਰੂ ਆਏ ਸੀਗੇ? ਅਗਰ ਉਹ ਇੰਡੀਅਨ ਐਮਬੈਸੀ ਥਰੂ ਆਏ ਸੀਗੇ ਔਰ ਤੁਸੀਂ ਜਾਣ ਕੇ ਰਿਫਿਊਜ਼ ਕੀਤੇ, ਦੈਨ ਤਾਂ ਦੇ ਹੈਵ ਵੈਲਿਡ ਗਰਾਊਂਡ ਠੀਕ ਹੈ ਜੀ ਟੂ ਗੈਟ ਦੀ ਡਿਵੋਰਸ। ਅਗਰ ਤੁਹਾਨੂੰ ਸਮਨਿੰਗ ਪ੍ਰੋਪਰ ਨਹੀਂ ਹੋਈ ਹੈ ਤਾਂ ਉਸ ਸਿਨੈਰੀਓ ਦੇ ਵਿੱਚ ਤੁਸੀਂ ਸਮਨਿੰਗ ਦੇ ਅਗੇਂਸਟ ਵਿੱਚ ਕੋਰਟ ਦੇ ਵਿੱਚ ਆ ਕੇ ਇੱਕ ਐਕਸਪਰਟੀ ਸੈਟਿੰਗ ਸਾਈਡ ਦੀ ਐਪਲੀਕੇਸ਼ਨ ਲਾਉਂਗੇ ਕਿ ਜਿਹੜਾ ਡਿਵੋਰਸ ਕੋਰਟ ਨੇ ਗ੍ਰਾਂਟ ਕੀਤਾ ਗਿਆ ਹੈ ਇਹ ਮੈਨੂੰ ਬਿਨਾਂ ਸੁਣੇ ਦਿੱਤਾ ਗਿਆ ਹੈ, ਇਹਦੇ ਵਿੱਚ ਮੇਰਾ ਪੱਖ ਵੀ ਸੁਣਿਆ ਜਾਵੇ, ਤਾਂ ਉਹਦੇ ਬਾਅਦ ਇਸ ਡਿਵੋਰਸ ਦੀ ਪ੍ਰੋਸੀਡਿੰਗ ਨੂੰ ਚਲਾਇਆ ਜਾਵੇ। ਔਰ ਟਿਲ ਦਾ ਟਾਈਮ ਦੈਟ ਡਿਵੋਰਸ ਪ੍ਰੋਸੀਡਿੰਗ ਆਰ ਪੈਂਡਿੰਗ, ਅਗਰ ਤੁਸੀਂ ਉਹ 3 ਮਹੀਨੇ ਦੇ ਅੰਦਰ ਕਰ ਗਏ ਹੋ ਜਾਂ ਬਾਅਦ ਚੋਂ ਕਰਦੇ ਹੋ ਔਰ ਅਨਮੈਰਿਡ ਹੈਗਾ ਬੰਦਾ, ਤਾਂ ਤੁਸੀਂ ਉਹਨੂੰ ਉਹਦੇ ਤੇ ਕੋਰਟ ਦੇ ਕੋਲ ਜਾ ਕੇ ਰਿਕੁਐਸਟ ਵੀ ਕਰ ਸਕਦੇ ਹੋ ਕਿ ਜਨਾਬ ਇਹਨਾਂ ਦੇ ਬਿਆਨ ਨੋਟ ਕੀਤੇ ਜਾਣ ਜਾਂ ਇਹਨਾਂ ਦੇ ਰਿਗਾਰਡਿੰਗ ਕੋਈ ਸਟੇ ਆਪਰੇਟ ਕੀਤਾ ਜਾਵੇ ਵਿਦ ਰਿਗਾਰਡ ਟੂ ਦਿਸ ਓਨਲੀ, ਜਿਹਦੀ ਕਿ ਅਸੀਂ ਕਹਿੰਦੇ ਅਪੀਲ ਫਾਈਲ ਕਰਕੇ, ਜੋ ਕਿ ਹਾਈ ਕੋਰਟ ਵਿੱਚ ਹੋਏਗੀ, ਸਟੇ ਲਿਆ ਜਾਵੇ ਕਿ ਦੈਟ ਹੀ ਸ਼ੁੱਡ ਨਾਟ ਗੈਟ ਮੈਰਿਡ ਟੂ ਐਨੀ ਅਦਰ ਪਰਸਨ, ਕਿ ਹੋਰ ਨਵਾਂ ਵਿਆਹ ਨਾ ਕਰਾਇਆ ਜਾ ਸਕੇ। ਤਾਂ ਉਹਦੇ ਅਗੇਂਸਟ ਜਿੰਨੀ ਟਾਈਮ ਤੇ ਮੇਰਾ ਕੇਸ ਦੀ ਪ੍ਰੋਸੀਡਿੰਗ ਚੱਲਦੀਆਂ ਪਈਆਂ ਔਰ ਕੋਰਟਾਂ ਇਹਨਾਂ ਚੀਜ਼ਾਂ ਦੇ ਵਿੱਚ ਸਟੇ ਗ੍ਰਾਂਟ ਕਰਦੀਆਂ ਨੇ। ਠੀਕ ਹੈ ਜੀ। ਸੋ ਮਨਾਜ ਸਾਹਿਬ, ਸਾਨੂੰ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ ਕਿ ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾ ਸਕੀਏ, ਤਾਂ ਸਾਡੇ ਦਰਸ਼ਕਾਂ ਤੋਂ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਅੱਜ ਦੇ ਵਿਸ਼ੇ ਦੇ ਉੱਤੇ ਜੋ ਸਾਡੇ ਮਾਹਰ ਨੇ ਜਵਾਬ ਦਿੱਤੇ ਆ, ਤੁਹਾਡੇ ਜਾਣਕਾਰੀ ਦੇ ਵਿੱਚ ਵਾਧਾ ਕੀਤਾ ਹੋਊਗਾ। ਤਾਂ ਅਗਲੇ ਹਫਤੇ ਇਹੋ ਜਿਹਾ ਕੋਈ ਵਿਸ਼ਾ ਲੈ ਕੇ ਤੁਹਾਡੇ ਰੂਬਰੂ ਫੇਰ ਹੋਵਾਂਗੇ। ਤਦ ਲਈ ਬਹੁਤ ਬਹੁਤ ਧੰਨਵਾਦ।